ਸਮੇਂ ਦੀ ਖੇਡ ਹੈ ਜਾਂ ਵਕਤ ਦੀ ਮਾਰ ਕਿ ਸੀਐਮ ਬਣਨ ਦੀ ਇੱਛਾ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਅੱਜ ਜੇਲ੍ਹ ਦੇ ਵਿੱਚ ਚਲੇ ਗਏ ਨੇ। ਆਪਣਿਆਂ ਦੇ ਵਿੱਚੋਂ ਕਈਆਂ ਨੇ ਦੁੱਖ ਜਤਾਇਆ, ਕਈ ਉਛਲਦੇ ਫਿਰਦੇ ਸੀ ਤੇ ਉਹਨਾਂ ਨੂੰ ਇੱਕ ਆਪਣੇ ਨੇ ਹੀ ਝਾੜ ਪਾਈ ਹੈ। ਸਿੱਧੂ ਆਪਣੇ ਸਾਬਕਾ ਜੋਟੀਦਾਰ ਅਤੇ ਮੌਜੂਦਾ ਸਿਆਸੀ ਵਿਰੋਧੀ ਬਿਕਰਮ ਮਜੀਠੀਆ ਵਾਲੀ ਪਟਿਆਲਾ ਜੇਲ੍ਹ ਦੇ ਵਿੱਚ ਹੀ ਰਹਿਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਕੀ ਕੁਝ ਕੀਤਾ ਹੈ, ਮੌਸਮ ਵਿਭਾਗ ਨੇ ਪੰਜਾਬ ਦੇ ਲਈ ਕਿਹੜੀ ਚੰਗੀ ਭਵਿੱਖਬਾਣੀ ਕੀਤੀ ਹੈ ਤੇ ਭਾਰਤ ਤੇ ਪਾਕਿਸਤਾਨ ਆਪਸ ਦੇ ਵਿੱਚ ਮੇਣੋ ਮੇਣੀ ਕਿਉਂ ਹੋ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਖਬਰਾਂ। ਸ਼ੁਰੂਆਤ ਕਰਦੇ ਹਾਂ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ। ਕੱਲ ਦੀ ਲੋਕ ਰਾਏ ਸੀ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਮਾਮਲੇ ਵਿੱਚ ਦਹਾਕੇ ਪਹਿਲਾਂ ਬਰੀ ਕੀਤੇ ਜਾਣ ਤੋਂ ਬਾਅਦ 1 ਸਾਲ ਦੀ ਸਖਤ ਸਜ਼ਾ ਦੇ ਫੈਸਲੇ ਨੂੰ ਤੁਸੀਂ ਇਨਸਾਫ ਮੰਨਦੇ ਹੋ ਜਾਂ ਫਿਰ ਨਹੀਂ। 41% ਸਾਡੇ ਦਰਸ਼ਕਾਂ ਨੇ ਹਾਂ ਮੰਨਿਆ ਹੈ, ਇਨਸਾਫ ਮੰਨਿਆ ਹੈ, ਯਾਨੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਹੀ ਸਜ਼ਾ ਮਿਲੀ ਹੈ, ਜਦਕਿ 59% ਦਰਸ਼ਕਾਂ ਨੂੰ ਇਹ ਸਹੀ ਨਹੀਂ ਲੱਗਿਆ ਕਿ ਪਹਿਲਾਂ ਬਰੀ ਕਰ ਦਿੱਤਾ ਹੁਣ ਸਜ਼ਾ ਦੇ ਦਿੱਤੀ। ਅੱਜ ਦੀ ਲੋਕ ਰਾਏ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਯਾਤਰਾ ਪੂਰੀ ਹੋਣ ਦੇ 1 ਸਾਲ ਬਾਅਦ ਉਹਨਾਂ ਦੇ ਸਿਆਸੀ ਕੈਰੀਅਰ ਬਾਰੇ ਤੁਸੀਂ ਕੀ ਸੋਚਦੇ ਹੋ, ਕਿਵੇਂ ਦੇਖਦੇ ਹੋ? ਸਿਆਸੀ ਕੈਰੀਅਰ ਸਿੱਧੂ ਦਾ ਖਤਮ ਹੋ ਜਾਊਗਾ ਜਾਂ ਫਿਰ ਬੁਲੰਦੀਆਂ ਤੇ ਜਾਊਗਾ, ਸ਼ੁਰੂ ਹੋ ਜਾਊਗਾ? ਜੇ ਤੁਸੀਂ ਮੰਨਦੇ ਹੋ ਕਿ ਖਤਮ ਹੋ ਜਾਊਗਾ, ਯੈਸ ਲਿਖਿਓ। ਜੇ ਮੰਨਦੇ ਹੋ ਖਤਮ ਨਹੀਂ ਹੋਊਗਾ ਤਾਂ ਨਾ ਲਿਖਿਓ। ਖਬਰਾਂ ਵਿਸਤਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਰੈਂਡਰ ਦੇ ਨਾਲ ਜੁੜੀ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਆਪਣੇ ਕਾਂਗਰਸ ਦੇ ਸਾਥੀਆਂ ਦੇ ਨਾਲ ਸਮਰਪਣ ਕਰ ਦਿੱਤਾ, ਸਰੈਂਡਰ ਕਰ ਦਿੱਤਾ। ਸਮਰਥਕਾਂ ਦੇ ਨਾਲ ਸਰੈਂਡਰ ਕਰਨ ਪਹੁੰਚੇ। ਹਾਲਾਂਕਿ ਸਰੈਂਡਰ ਸਿੱਧੂ ਨੇ ਇਕੱਲਿਆਂ ਨੇ ਹੀ ਕਰਨਾ ਸੀ। ਪਟਿਆਲਾ ਸਥਿਤ ਯਾਦਵਿੰਦਰਾ ਕਲੋਨੀ ਦੇ ਵਿੱਚ ਆਪਣੇ ਘਰੋਂ ਨਵਜੋਤ ਸਿੰਘ ਸਿੱਧੂ 4 ਵਜੇ ਦੇ ਕਰੀਬ ਨਿਕਲੇ, ਸਿੱਧਾ ਪਟਿਆਲਾ ਕੋਰਟ ਗਏ। ਉੱਥੋਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਮਾਤਾ ਕੌਸ਼ਲਿਆ ਦੇਵੀ ਹਸਪਤਾਲ ਦੇ ਵਿੱਚ ਮੈਡੀਕਲ ਕਰਨ ਦੇ ਲਈ ਲਿਜਾਇਆ ਗਿਆ। ਉਹਨਾਂ ਨੂੰ ਪੁਲਿਸ ਦੀ ਗੱਡੀ ਦੇ ਵਿੱਚ ਲਿਜਾਇਆ ਗਿਆ। ਘਰੋਂ ਨਵਜੋਤ ਸਿੰਘ ਸਿੱਧੂ ਆਪਣੀ ਨਿੱਜੀ ਕਾਰ ਦੇ ਵਿੱਚ ਨਿਕਲੇ ਸੀ। ਉਹਨਾਂ ਦੇ ਨਾਲ ਨਵਤੇਜ ਸਿੰਘ ਚੀਮਾ, ਨਾਜਰ ਸਿੰਘ ਮਾਨਸ਼ਾਹੀ, ਅਸ਼ਵਨੀ ਸੇਖੜੀ ਤੇ ਸੁਰਜੀਤ ਸਿੰਘ ਧੀਮਾਨ ਵਰਗੇ ਕਾਂਗਰਸੀ ਲੀਡਰ ਮੌਜੂਦ ਸਨ। ਉਹੀ ਲੀਡਰ ਨੇ ਜਿਹੜੇ ਇਸ ਵਾਰੀ ਚੋਣਾਂ ਹਾਰੇ ਨੇ ਅਤੇ ਜਿਨ੍ਹਾਂ ਦੀ ਆਪਣੀ ਪਾਰਟੀ ਦੇ ਨਾਲ ਥੋੜੀ ਖਾਰ ਚੱਲਦੀ ਹੈ। ਸੋ ਪਟਿਆਲਾ ਅਦਾਲਤ ਦੇ ਵਿੱਚ ਆਤਮ ਸਮਰਪਣ ਕਰਨ ਦੇ ਮੌਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਸਮਾਨ ਵਾਲੇ 2 ਬੈਗ ਵੀ ਸਨ। ਨੀਲੇ ਰੰਗ ਦਾ ਕੁੜਤਾ ਪਜਾਮਾ ਸਿੱਧੂ ਨੇ ਪਾਇਆ ਸੀ ਅਤੇ ਨਾਭੀ ਰੰਗ ਦੀ ਪੱਗ ਸਿੱਧੂ ਨੇ ਬੰਨੀ ਹੋਈ ਸੀ। ਤੇ ਨਵਜੋਤ ਸਿੰਘ ਸਿੱਧੂ ਘਰੋਂ ਜਦੋਂ ਨਿਕਲੇ, ਗੱਡੀ ਦੇ ਵਿੱਚ ਬੈਠੇ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਮੀਡੀਆ ਤੜਕੇ ਤੋਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਡੇਰਾ ਲਾਈ ਬੈਠਾ ਸੀ। ਉਸ ਤੋਂ ਬਾਅਦ ਸਿੱਧੂ ਅਦਾਲਤ ਪਹੁੰਚੇ, ਉੱਥੇ ਵੀ ਕੁਝ ਨਹੀਂ ਕਿਹਾ ਮੀਡੀਆ ਨੂੰ। ਜਿੱਥੇ ਵੀ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਅਦਾਲਤ ਤੋਂ ਰਾਹਤ ਮੰਗੀ ਸੀ ਕਿ ਮੈਨੂੰ ਕੁਝ ਹਫ਼ਤਿਆਂ ਦੀ ਰਾਹਤ ਦਿੱਤੀ ਜਾਵੇ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਹੈ, ਪਰ ਅਦਾਲਤ ਨੇ ਬੜੀ ਸਖਤੀ ਵਰਤੀ। ਜਿਵੇਂ ਫੈਸਲਾ ਸੁਣਾਉਣ ਵੇਲੇ ਸਖਤੀ ਵਰਤੀ, ਉਸੇ ਤਰ੍ਹਾਂ ਹੁਣ ਸਿੱਧੂ ਦੀ ਅਪੀਲ ਤੇ ਸਖਤੀ ਵਰਤੀ ਗਈ। ਕਿਹਾ ਕਿ ਅੱਜ ਹੀ ਤੁਰੰਤ ਸਰੈਂਡਰ ਕਰਨਾ ਪਵੇਗਾ। ਕੋਈ ਰਾਹਤ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਮਿਲੀ। ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਦੇ ਮੁਤਾਬਿਕ ਸਿੱਧੂ ਨੂੰ ਲੀਵਰ ਦੀ ਬਿਮਾਰੀ ਹੈ, ਉਹਨਾਂ ਦੀ ਸਰਜਰੀ ਵੀ ਹੋ ਚੁੱਕੀ ਹੈ। ਸੋ ਉਹਨਾਂ ਨੂੰ ਜੇਲ੍ਹ ਦੇ ਵਿੱਚ ਦਵਾਈਆਂ ਜ਼ਰੂਰ ਉਪਲਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ। ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਵੀ ਕਿਹਾ ਕਿ ਨਵਜੋਤ ਸਿੱਧੂ ਦੀ ਹਾਲਤ ਸੱਚਮੁੱਚ ਠੀਕ ਨਹੀਂ ਹੈ। ਇੱਕ ਦਿਨ ਪਹਿਲਾਂ ਵੀ ਜਿਸ ਦਿਨ ਸਜ਼ਾ ਸੁਣਾਈ ਗਈ ਹੈ ਉਸ ਦਿਨ ਵੀ ਉਹ ਬਿਮਾਰ ਸੀਗੇ। ਹਾਥੀ ਦੀ ਸਵਾਰੀ ਉਹਨਾਂ ਨੇ ਤਾਂ ਹੀ ਕੀਤੀ ਸੀ ਕਿਉਂਕਿ ਸਿਹਤ ਠੀਕ ਨਹੀਂ ਸੀ। ਉਹ ਕਹਿੰਦੇ ਅਸੀਂ VIP ਟ੍ਰੀਟਮੈਂਟ ਨਹੀਂ ਮੰਗਦੇ, ਪਰ ਅਸੀਂ ਬੇਸਿਕ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੀ ਜ਼ਰੂਰ ਮੰਗ ਕਰਦੇ ਹਾਂ। ਇਸ ਦੌਰਾਨ ਇਹ ਵੀ ਖਬਰ ਮਿਲੀ ਕਿ ਕਾਂਗਰਸ ਦੀ ਕੌਮੀ ਲੀਡਰ ਪ੍ਰਿਯੰਕਾ ਗਾਂਧੀ ਨੇ ਵੀ ਫੋਨ ਤੇ ਸਿੱਧੂ ਦੇ ਨਾਲ ਗੱਲਬਾਤ ਕੀਤੀ। ਕਿਹਾ ਕਿ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ। ਇਹ ਦਾਅਵਾ ਨਵਤੇਜ ਸਿੰਘ ਚੀਮਾ ਨੇ ਕੀਤਾ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿੱਧੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਬਾਜਵਾ ਨੇ ਟਵੀਟ ਕਰਕੇ ਵੀ ਸਿੱਧੂ ਦੇ ਨਾਲ ਖੜਨ ਦਾ ਦਾਅਵਾ ਕੀਤਾ ਕਿ ਅਸੀਂ ਇਸ ਘੜੀ ਦੇ ਵਿੱਚ ਸਿੱਧੂ ਅਤੇ ਪਰਿਵਾਰ ਦੇ ਨਾਲ ਖੜੇ ਹਾਂ। ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਉਸੇ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਪਟਿਆਲੇ ਦੇ ਵਿੱਚ, ਜਿੱਥੇ ਪਹਿਲਾਂ ਤੋਂ ਹੀ ਉਹਨਾਂ ਦੇ ਪੁਰਾਣੇ ਜੋਟੀਦਾਰ ਅਤੇ ਮੌਜੂਦਾ ਉਹਨਾਂ ਦੇ ਮੁੱਖ ਸਿਆਸੀ ਵਿਰੋਧੀ ਬਿਕਰਮ ਸਿੰਘ ਮਜੀਠੀਆ ਪਹਿਲਾਂ ਤੋਂ ਹੀ ਸਜ਼ਾ ਤਾਂ ਨਹੀਂ ਕਹਿ ਸਕਦੇ ਆਪਾਂ, ਪਰ ਹਵਾਲਾਤੀ ਵਜੋਂ ਇਸ ਜੇਲ੍ਹ ਦੇ ਵਿੱਚੋਂ ਬੰਦ ਨੇ ਤੇ ਇਹ ਸਮੇਂ ਦੀ ਕੋਈ ਚਾਲ ਹੀ ਕਹਿ ਸਕਦੇ ਆ, ਸਮੇਂ ਦੀ ਖੇਡ ਹੀ ਕਹਿ ਸਕਦੇ ਆ ਕਿ ਬਿਕਰਮ ਸਿੰਘ ਮਜੀਠੀਆ ਜਿੱਥੇ ਹਵਾਲਾਤੀ ਵਜੋਂ ਬੰਦ ਨੇ ਉੱਥੇ ਨਵਜੋਤ ਸਿੰਘ ਸਿੱਧੂ ਕੈਦੀ ਵਜੋਂ ਬੰਦ ਰਹਿਣਗੇ। ਹਾਲਾਂਕਿ
बाद ਦੁਪਹਿਰ ਸਪਸ਼ਟ ਹੋਇਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਰੱਖਿਆ ਜਾਵੇਗਾ, ਪਰ ਤੜਕੇ ਤੋਂ ਹੀ ਜੇਲ੍ਹ ਪ੍ਰਸ਼ਾਸਨ ਨੇ ਤਿਆਰੀਆਂ ਵਿੱਢ ਦਿੱਤੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਇਸੇ ਜੇਲ੍ਹ ਦੇ ਵਿੱਚ ਰਹਿਣਾ ਹੈ, ਕਿਹੜੇ ਸੈੱਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਰੱਖਿਆ ਜਾਵੇਗਾ ਤੇ ਕੀ ਕੁਝ ਪ੍ਰਬੰਧ ਨੇ ਜਿਹੜੇ ਕਰਨੇ ਨੇ, ਇਸ ਸੰਬੰਧੀ ਤਿਆਰੀਆਂ ਕੀਤੀਆਂ ਗਈਆਂ। ਤੇ ਇੱਕ ਗੱਲ ਤਾਂ ਸਪਸ਼ਟ ਦੱਸੀ ਗਈ ਕਿ ਕਿਸੇ ਬੈਰਕ ਦੀ ਥਾਂ ਸਿੱਧੂ ਨੂੰ ਇਕੱਲਿਆਂ ਹੀ ਕਿਸੇ ਸੈੱਲ ਦੇ ਵਿੱਚ ਬੰਦ ਕੀਤਾ ਜਾਏਗਾ ਤੇ ਇਸ ਦਰਮਿਆਨ 1 ਸਾਲ ਕਿਉਂਕਿ ਸਿੱਧੂ ਨੇ ਰਹਿਣਾ ਹੈ ਤਾਂ ਕਿਸੇ ਨਾ ਕਿਸੇ ਵਕਤ ਬਿਕਰਮ ਮਜੀਠੀਆ ਦੇ ਨਾਲ ਤਾਂ ਟੱਕਰਾ ਜ਼ਰੂਰ ਹੋਏਗਾ। ਉਸ ਦਰਮਿਆਨ ਇਹ ਦੋਵੇਂ ਲੀਡਰ ਆਪਸ ਦੇ ਵਿੱਚ ਕੀ ਕੁਝ ਗੱਲਬਾਤ ਕਰਨਗੇ, ਇਹ ਵੀ ਕਾਫੀ ਦਿਲਚਸਪ ਰਹੇਗਾ। ਤੇ ਵੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਬਿਕਰਮ ਮਜੀਠੀਆ ਨੂੰ ਇਸ ਜੇਲ੍ਹ ਦੇ ਵਿੱਚ ਜੌੜਾ ਚੱਕੀਆਂ ਸੈੱਲ ਦੇ ਵਿੱਚ ਰੱਖਿਆ ਹੋਇਆ, ਜੋ ਕਿ 10x10 ਦਾ ਹੈ। ਇਸ ਦੇ ਨਾਲ ਹੀ ਬਾਥਰੂਮ ਅਤੇ ਟਾਇਲਟ ਦੀ ਸਹੂਲਤ ਦਿੱਤੀ ਗਈ ਹੈ। ਇਸ ਦਰਮਿਆਨ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੀ ਬਿਆਨ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜੇਲ੍ਹ 'ਚ ਕੋਈ ਖਾਸ ਦਰਜਾ ਨਹੀਂ ਦਿੱਤਾ ਜਾਏਗਾ, ਬਾਕੀ ਕੈਦੀਆਂ ਦੀ ਤਰ੍ਹਾਂ ਹੀ ਨਵਜੋਤ ਸਿੱਧੂ ਇਸ ਜੇਲ੍ਹ ਦੇ ਕੈਦੀ ਬਣ ਕੇ ਰਹਿਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਕੈਦੀਆਂ ਨੂੰ VIP ਕਲਚਰ ਦੇਣ ਦੇ ਖਿਲਾਫ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ VIP ਕਲਚਰ ਖਤਮ ਕਰ ਚੁੱਕੇ ਨੇ, ਇਸ ਕਰਕੇ ਸਿੱਧੂ ਨੂੰ ਆਮ ਕੈਦੀ ਵਾਂਗ ਹੀ ਰਹਿਣਾ ਪਵੇਗਾ ਤੇ ਜੇਲ੍ਹ ਮੈਨੂਅਲ ਦੇ ਮੁਤਾਬਿਕ ਸਾਰੇ ਕੈਦੀਆਂ ਦੇ ਨਾਲ ਹੀ ਜੇਲ੍ਹ ਦੇ ਬਰਾਬਰ ਦਾ ਵਿਵਹਾਰ ਸਿੱਧੂ ਨਾਲ ਕੀਤਾ ਜਾਏਗਾ। ਤੇ ਖਬਰ ਇਹ ਵੀ ਮਿਲੀ, ਜਾਣਕਾਰੀ ਇਹ ਵੀ ਮਿਲੀ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ 1 ਸਾਲ ਤੱਕ ਰਹਿਣਗੇ। 3 ਮਹੀਨਿਆਂ ਤੱਕ ਸਿੱਧੂ ਨੂੰ ਕੋਈ ਤਨਖਾਹ ਨਹੀਂ ਮਿਲੇਗੀ, ਬਲਕਿ ਸਿੱਧੂ ਨੂੰ ਕੰਮ ਸਿਖਾਇਆ ਜਾਏਗਾ। ਇਹ ਕੰਮ ਕਿਸ ਆਧਾਰ ਦਾ ਹੋਏਗਾ, ਇਸ ਬਾਰੇ ਹਾਲੇ ਅਸੀਂ ਕੋਈ ਦਾਅਵਾ ਨਹੀਂ ਕਰ ਸਕਦੇ, ਪਰ ਜਿਵੇਂ ਕਿ ਉਹਨਾਂ ਦੀ ਸਜ਼ਾ ਹੈ 1 ਸਾਲ ਦੀ ਜੇਲ੍ਹ ਮੈਨੂਅਲ ਦੇ ਮੁਤਾਬਿਕ ਉਹਨਾਂ ਤੋਂ ਖੇਤੀਬਾੜੀ ਜਾਂ ਫਿਰ ਜੇਲ੍ਹ ਫੈਕਟਰੀ ਦਾ ਕੋਈ ਕੰਮ ਲਿਆ ਜਾਵੇਗਾ। ਨਿਯਮਾਂ ਦੇ ਮੁਤਾਬਿਕ ਸਿੱਧੂ ਨੂੰ ਚਿੱਟੀ ਵਰਦੀ ਪਾ ਕੇ ਰਹਿਣਾ ਪਵੇਗਾ। ਸਵੇਰੇ 5:30 ਵਜੇ ਕੈਦੀਆਂ ਦੇ ਉੱਠਣ ਦਾ ਸਮਾਂ ਹੁੰਦਾ ਹੈ। ਚਾਹ ਦੇ ਨਾਲ ਬਿਸਕੁਟ ਮਿਲਣਗੇ। 8:30 ਵਜੇ ਨਾਸ਼ਤਾ ਮਿਲਦਾ ਜੇਲ੍ਹ ਦੇ ਵਿੱਚ ਤੇ ਉਸ ਨਾਸ਼ਤੇ ਦੇ ਵਿੱਚ 6 ਰੋਟੀਆਂ ਤੇ ਸਬਜ਼ੀ ਮਿਲਦੀ ਹੈ। ਉਸ ਤੋਂ ਬਾਅਦ ਕੰਮਕਾਰ ਸ਼ੁਰੂ ਹੋ ਜਾਂਦਾ ਹੈ ਕੈਦੀਆਂ ਦਾ, ਜਿਹੜਾ 5:30 ਵਜੇ ਤੱਕ ਚੱਲਦਾ ਰਹਿੰਦਾ ਹੈ। ਸ਼ਾਮ ਨੂੰ 6 ਵਜੇ ਫਿਰ ਰਾਤ ਦਾ ਖਾਣਾ ਮਿਲਦਾ ਹੈ, ਉਹਦੇ ਵਿੱਚ ਵੀ 6 ਰੋਟੀਆਂ ਤੇ ਸਬਜ਼ੀ ਮਿਲਦੀ ਹੈ ਤੇ ਸ਼ਾਮ ਨੂੰ 7 ਵਜੇ ਸਾਰੇ ਕੈਦੀਆਂ ਨੂੰ ਉਹਨਾਂ ਦੀਆਂ ਬੈਰਕਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਸਜ਼ਾ ਦੇ ਦਰਮਿਆਨ ਸਿੱਧੂ ਨੂੰ 28 ਦਿਨਾਂ ਦੀ ਪੈਰੋਲ ਮਿਲ ਸਕਦੀ ਹੈ ਤੇ ਉਹ ਸਿੱਧੂ ਦੇ ਵਿਵਹਾਰ ਤੇ ਨਿਰਭਰ ਕਰਦੀ ਹੋਏਗੀ। ਕੈਦੀ ਦਾ ਜਿਸ ਤਰ੍ਹਾਂ ਦਾ ਜੇਲ੍ਹ ਦੇ ਵਿੱਚ ਵਿਵਹਾਰ ਹੁੰਦਾ ਹੈ, ਰਹਿਣ ਸਹਿਣ ਹੁੰਦਾ ਹੈ, ਉਸ ਤਰੀਕੇ ਦੇ ਹਿਸਾਬ ਨਾਲ ਹੀ ਜਿਹੜੀ ਅਦਾਲਤ ਹੈ ਉਹ ਪੈਰੋਲ ਦੀ ਇਜਾਜ਼ਤ ਦਿੰਦੀ ਹੈ। ਜੇਲ੍ਹ ਦੇ ਵਿੱਚ ਕੈਦੀਆਂ ਨੂੰ 30 ਤੋਂ 90 ਰੁਪਏ ਤੱਕ ਰੋਜ਼ਾਨਾ ਦੀ ਤਨਖਾਹ ਮਿਲਦੀ ਹੈ। ਕੰਮਕਾਰ ਕਰਨ ਦਾ ਜਿਹੜਾ ਮਿਹਨਤਾਨਾ ਹੈ ਉਹ ਮਿਲਦਾ ਹੈ। ਹਾਲਾਂਕਿ ਸਿੱਧੂ ਨੂੰ ਕਹਿੰਦੇ 3 ਮਹੀਨੇ ਤੱਕ ਕੋਈ ਤਨਖਾਹ ਨਹੀਂ ਮਿਲੇਗੀ। ਇਸ ਤੋਂ ਬਾਅਦ ਜਦੋਂ ਕੰਮ ਚੰਗਾ ਕਰਨ ਲੱਗ ਜਾਣਗੇ ਫਿਰ ਉਹਨਾਂ ਨੂੰ ਤਨਖਾਹ ਮਿਲਿਆ ਕਰੂਗੀ। ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ ਆਪਣੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਦੁਖੀ ਨੇ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਤੇ। ਉਹਨਾਂ ਨੇ ਕਿਹਾ ਕਿ ਸਿੱਧੂ ਮੇਰੇ ਵੱਡੇ ਭਰਾ ਨੇ, ਮੈਂ ਉਹਨਾਂ ਨੂੰ ਬੜਾ ਪਿਆਰ ਕਰਦਾ, ਉਹਨਾਂ ਨਾਲ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਮੈਨੂੰ ਇਸ ਸਭ ਦੇ ਲਈ ਬੜਾ ਦੁੱਖ ਮਹਿਸੂਸ ਹੋ ਰਿਹਾ, ਪਰ ਮੈਂ ਸੁਪਰੀਮ ਕੋਰਟ ਦੇ ਫੈਸਲੇ ਤੇ ਕੋਈ ਸਵਾਲ ਵੀ ਨਹੀਂ ਚੁੱਕ ਸਕਦਾ, ਪਰ ਨਿੱਜੀ ਤੌਰ ਤੇ ਇਸ ਫੈਸਲੇ ਨਾਲ ਮੈਂ ਦੁਖੀ ਹੋਇਆ ਹਾਂ। ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਵੀ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਤੇ ਪਹੁੰਚੇ ਸਨ। ਸ਼ੁੱਕਰਵਾਰ ਨੂੰ ਸਵੇਰੇ ਹੀ ਤੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਸਮਾਂ ਬਿਤਾਇਆ ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਜਿਸ ਦਿਨ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਉਸ ਦਿਨ ਪ੍ਰੋਟੈਸਟ ਕਰਨ ਤੋਂ ਬਾਅਦ ਸਿੱਧਾ ਆਪਣੇ ਘਰੇ ਪਹੁੰਚੇ। ਉਹਨਾਂ ਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਰੱਖਿਆ, ਇਕੱਲੇ ਰਹੇ ਉਹ, ਕਿਉਂਕਿ ਉਹਨਾਂ ਦੇ ਨਾਲ ਪਰਿਵਾਰ ਦਾ ਕੋਈ ਮੈਂਬਰ ਵੀ ਮੌਜੂਦ ਨਹੀਂ ਸੀ ਤੇ ਇਕੱਲੇ ਰਹਿਣਾ ਚਾਹੁੰਦੇ ਸੀ। ਰਾਤ ਨੂੰ ਫਿਰ ਸਿੱਧੂ ਦੀ ਪਤਨੀ ਘਰ ਪਹੁੰਚੀ, ਬੇਟੀ ਵੀ ਘਰ ਪਹੁੰਚੀ। ਇਸ ਦਰਮਿਆਨ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਰੱਜ ਕੇ ਸਿੱਧੂ ਦੇ ਖਿਲਾਫ ਪੜਾਸ ਕੱਢੀ ਹੈ, ਕਿਹਾ ਕਿ ਸਿੱਧੂ ਹੁਣ ਕਾਤਲ ਸਾਬਿਤ ਹੋ ਗਏ ਨੇ। ਪਰ ਜੇ ਤੱਥਾਂ ਦੀ ਗੱਲ ਕਰ ਲਈਏ ਤਾਂ ਅਦਾਲਤ ਨੇ ਸਿੱਧੂ ਨੂੰ ਕਾਤਲ ਨਹੀਂ ਠਹਿਰਾਇਆ। ਕਤਲ ਦੇ ਮੁਕੱਦਮੇ ਤਹਿਤ ਸਿੱਧੂ ਨੂੰ ਕੋਈ ਸਜ਼ਾ ਨਹੀਂ ਹੈ। ਮੁੱਕਾ ਮਾਰਨ ਦੇ ਇਵਜ਼ਾਨੇ ਦੇ ਵਜੋਂ ਸਜ਼ਾ ਹੋਈ ਹੈ ਨਵਜੋਤ ਸਿੰਘ ਸਿੱਧੂ ਨੂੰ। ਤੇ ਰਾਣਾ ਗੁਰਜੀਤ ਨੇ ਕਿਹਾ ਕਿ ਸਜ਼ਾ ਭਾਵੇਂ 1 ਦਿਨ ਦੀ ਹੋਵੇ ਜਾਂ ਫਿਰ 100 ਦਿਨ ਦੀ ਸਜ਼ਾ ਹੀ ਹੁੰਦੀ ਹੈ। ਕਹਿੰਦੇ ਜੇ ਸਿੱਧੂ ਦੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਸਿੱਧੂ ਦੀ ਜੀਭ AK-47 ਵਾਂਗ ਚੱਲਣੀ ਸੀ। ਉਹਨਾਂ ਨੇ ਇਹ ਵੀ ਸ਼ੱਕ ਜ਼ਾਹਿਰ ਕੀਤਾ ਕਿ ਸਿੱਧੂ BJP ਦੇ ਬੰਦੇ ਨੇ ਜਿਸਨੇ ਕਾਂਗਰਸ ਦੀ ਪਾਰਟੀ ਨੂੰ ਬਰਬਾਦ ਕਰ ਦਿੱਤਾ ਹੈ ਤੇ ਚੋਣਾਂ ਹਾਰਨ ਦਾ ਭਾਂਡਾ ਵੀ ਉਹਨਾਂ ਨੇ ਸਿੱਧੂ ਦੇ ਸਿਰ ਭੰਨਿਆ। ਸਿੱਧੂ ਸਾਹਿਬ ਕਾਤਲ ਸਾਬਿਤ ਹੋ ਗਏ ਆ। ਸਜ਼ਾ 100 ਦਿਨ ਦੀ ਜਾਂ 1 ਦਿਨ ਦੀ ਬਰਾਬਰ ਹੈ। ਦੋਸ਼ੀ ਠਹਿਰਾਏ ਗਏ ਆ। ਮੈਂ ਤਾਂ ਸਿੱਧੂ ਸਾਹਿਬ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿੱਧੂ ਸਾਹਿਬ ਅਸੀਂ ਉਹ ਲੋਕ ਨਹੀਂ ਕਿ ਜਿਹੜਾ ਡਿੱਗੇ ਦੇ ਉੱਤੇ ਠੁੱਡੇ ਮਾਰੀਏ। ਜੇ ਕਿਤੇ ਕੋਈ ਹੋਰ ਹੁੰਦਾ, ਤੁਸੀਂ ਜਿੱਦਾਂ AK-47 ਚੱਲਦੀ ਹੈ ਇੱਦਾਂ ਤੁਹਾਡੀ ਜੀਭ ਚੱਲਦੀ ਆ, ਤੁਸੀਂ ਰੁਕਣਾ ਹੀ ਨਹੀਂ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਬੋਲਦੇ ਕੀ ਹੋ, ਫਿਰ ਬਾਅਦ ਠੋਕੋ ਤਾਲੀ ਕਰ ਦੇਣਾ ਸੀ। ਹੁਣ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਹ ਸੁਪਰੀਮ ਕੋਰਟ ਦਾ ਫੈਸਲਾ
ਇਹ ਤਾਂ ਪ੍ਰਵਾਨ ਕਰਨਾ ਹੀ ਪੈਣਾ। ਰਾਣਾ ਗੁਰਜੀਤ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੈਨੂੰ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਪਿੱਛੇ ਮਨਜਿੰਦਰ ਸਿਰਸਾ ਦਾ ਹੱਥ ਹੋਣ ਦਾ ਸ਼ੱਕ ਹੈ। ਇਹ ਸਿੱਧੂ ਨੂੰ ਬੀਜੇਪੀ ਵਿੱਚ ਸ਼ਾਮਲ ਕਰਨ ਦੀ ਸਿਰਸਾ ਦੀ ਚਾਲ ਹੋ ਸਕਦੀ ਹੈ। ਤੇ ਜਿਹੜੇ ਲੀਡਰ ਸਿੱਧੂ ਦੀ ਸਜ਼ਾ ਤੇ ਅਜਿਹੇ ਬਿਆਨ ਦੇ ਰਹੇ ਸੀ ਉਹਨਾਂ ਨੂੰ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਨੇ ਕਾਫੀ ਝਾੜ ਪਾਈ ਹੈ। ਉਹਨਾਂ ਨੇ ਕਿਹਾ ਕਿ ਪਰਿਵਾਰ ਵੱਲੋਂ ਪਾਈ ਰਿਵਿਊ ਪਟੀਸ਼ਨ ਦੇ ਕਾਰਨ ਸਜ਼ਾ ਹੋਈ ਹੈ, ਨਹੀਂ ਤਾਂ ਸਿੱਧੂ ਬਰੀ ਹੋ ਚੁੱਕੇ ਸੀ। ਇਸ ਸਮੇਂ ਕਹਿੰਦੇ ਪਾਰਟੀ ਨੂੰ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ, ਪਾਰਟੀ ਨੂੰ ਅੱਗੇ ਲਿਜਾਣਾ ਚਾਹੀਦਾ ਹੈ। ਜੇ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ ਤਾਂ ਅਜਿਹੀ ਬਿਆਨਬਾਜ਼ੀ ਵੀ ਨਹੀਂ ਕਰਨੀ ਚਾਹੀਦੀ। ਕਹਿੰਦੇ ਭਾਵੇਂ ਸਿੱਧੂ ਨੇ ਆਪਣੀ ਜ਼ੁਬਾਨ ਕਾਰਨ ਕਾਫੀ ਜਣਿਆਂ ਦੀ ਆਲੋਚਨਾ ਝੱਲੀ ਹੈ, ਪਰ ਫਿਰ ਵੀ ਇਸ ਬੁਰੇ ਵਕਤ ਦੇ ਵਿੱਚ ਸਿੱਧੂ ਦਾ ਸਾਥ ਦੇਣਾ ਬਣਦਾ ਹੈ। ਪਿਛਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਰਹੇ ਅਤੇ ਅਮਰਗੜ੍ਹ ਤੋਂ ਕਾਂਗਰਸ ਦੇ ਵੱਲੋਂ ਉਮੀਦਵਾਰ ਚੋਣ ਲੜਨ ਵਾਲੇ ਸਮੀਤ ਸਿੰਘ, ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਆਪਣਾ ਭਤੀਜਾ ਕਹਿੰਦੇ ਸੀ, ਉਹਨਾਂ ਨੇ ਵੀ ਟਵੀਟ ਕੀਤਾ ਹੈ। ਹਾਲਾਂਕਿ ਜਦੋਂ ਸਿੱਧੂ ਅਦਾਲਤ ਦੇ ਵਿੱਚ ਗਏ ਨੇ ਸਰੈਂਡਰ ਕਰਨ ਤਾਂ ਸਮੀਤ ਸਿੰਘ ਕਿਤੇ ਵੀ ਨਹੀਂ ਦਿਖੇ। ਪਿਛਲੇ ਕੁਝ ਸਮੇਂ ਤੋਂ ਸਮੀਤ ਸਿੰਘ ਸਿੱਧੂ ਦੇ ਨਾਲ ਦਿਖਾਈ ਨਹੀਂ ਦੇ ਰਹੇ, ਪਰ ਉਹਨਾਂ ਨੇ ਟਵੀਟ ਕੀਤਾ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਹਾਂ। ਮੈਨੂੰ ਇੰਨਾ ਕੁ ਜ਼ਿਆਦਾ ਦੁੱਖ ਹੈ ਇਸ ਸਾਰੇ ਘਟਨਾਕ੍ਰਮ ਤੋਂ ਕਿ ਮੇਰੇ ਕੋਲ ਕਹਿਣ ਨੂੰ ਕੁਝ ਸ਼ਬਦ ਹੀ ਨਹੀਂ ਤੇ ਮੈਨੂੰ ਸਮਝ ਵੀ ਨਹੀਂ ਆ ਰਹੀ ਕਿ ਮੈਂ ਬੋਲਾਂ ਕੀ। ਮੌਸਮ ਦੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ। ਪੰਜਾਬ ਦੇ ਵਿੱਚ ਮੌਸਮ ਬਦਲ ਰਿਹਾ ਹੈ। ਮੌਸਮ ਵਿਭਾਗ ਨੇ ਇਹ ਸੰਭਾਵਨਾ ਦਿੱਤੀ ਹੈ, ਅਗਲੇ ਕਈ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਦਿੱਤੀ ਹੈ। ਸਭ ਤੋਂ ਵੱਡੀ ਖਬਰ ਹੈ, ਵੱਡੀ ਅਪਡੇਟ ਹੈ ਕਿ ਇੰਨੀ ਵਰਦੀ ਗਰਮੀ ਦੇ ਵਿੱਚ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਮੀਂਹ ਪਏਗਾ। ਹਾਲਾਂਕਿ ਲੰਘੇ ਸੋਮਵਾਰ ਤੇ ਮੰਗਲਵਾਰ ਵੀ ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਦਿੱਤੀ ਸੀ, ਪਰ ਥੋੜੇ ਬਹੁਤੇ ਬੱਦਲ ਹੋ ਕੇ ਉੱਡ ਗਏ ਸੀ, ਪਰ ਮੀਂਹ ਨਹੀਂ ਪਿਆ ਸੀ। ਮੌਸਮ ਵਿਭਾਗ ਦੇ ਮੁਤਾਬਿਕ ਸ਼ੁੱਕਰਵਾਰ ਤੋਂ ਮੌਸਮ ਬਦਲ ਜੂਗਾ। ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 24 ਮਈ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ, ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪਵੇਗਾ ਤੇ ਤਾਪਮਾਨ ਦੇ ਵਿੱਚ ਗਿਰਾਵਟ ਆਊਗੀ। ਗਰਮੀ ਤੋਂ ਰਾਹਤ ਮਿਲੂਗੀ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਹੈ ਜਿਹੜਾ ਉਹ ਤਸੱਲੀ ਬਖਸ਼ ਤੋਂ ਦਰਮਿਆਨੇ ਦੀ ਸ਼੍ਰੇਣੀ ਦੇ ਵਿੱਚ ਹੈ, ਜਿਹੜਾ ਕਿ ਰਾਹਤ ਵਾਲੀ ਗੱਲ ਹੈ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੂਜੀ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਬੇਅਦਬੀ ਦੇ ਮਾਮਲਿਆਂ ਦੀ ਸਰਕਾਰ ਦੇ ਵੱਲੋਂ ਨਿਰਪੱਖ ਢੰਗ ਨਾਲ ਪੈਰਵੀ ਕਰਨ ਦੇ ਲਈ ਯਕੀਨੀ ਬਣਾਉਣ ਨੂੰ ਕਿਹਾ ਹੈ। ਚਿੱਠੀ ਵਿੱਚ ਉਹਨਾਂ ਲਿਖਿਆ ਹੈ ਕਿ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਸੰਬੰਧੀ ਵੱਖ-ਵੱਖ ਰਿਟ ਪਟੀਸ਼ਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਲਟਕੀਆਂ ਪਈਆਂ ਨੇ। ਉਹਨਾਂ ਨੂੰ ਅਖਬਾਰਾਂ ਤੋਂ ਪਤਾ ਲੱਗਿਆ ਕਿ ਇਹਨਾਂ ਕੇਸਾਂ ਦੀ ਸਹੀ ਤਰੀਕੇ ਦੇ ਨਾਲ ਪੈਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੇਰੇ ਅਸਤੀਫਾ ਦੇਣ ਤੋਂ ਬਾਅਦ ਬਣਾਈਆਂ ਗਈਆਂ ਸਪੈਸ਼ਲ ਜਾਂਚ ਟੀਮਾਂ ਨੇ ਇਹਨਾਂ ਮਾਮਲਿਆਂ ਨੂੰ ਤਰਕਪੂਰਨ ਸਿੱਟੇ ਤੱਕ ਲਿਜਾਣ ਲਈ ਕੁਝ ਨਹੀਂ ਕੀਤਾ। ਇਸ ਕਰਕੇ ਸਾਡੀ ਸਰਕਾਰ ਦੇ ਵੱਲੋਂ ਪਹਿਲ ਕਰਨੀ ਚਾਹੀਦੀ ਹੈ, ਪੈਰਵਾਈ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ 3 ਮਹੀਨੇ ਦਾ ਸਮਾਂ ਲਗਭਗ ਹੋਣ ਹੀ ਵਾਲਾ ਹੈ। ਇਹਨਾਂ 3 ਮਹੀਨਿਆਂ ਦੇ ਵਿੱਚ ਮਾਨ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਨੇ, ਕਈ ਲੋਕ ਹਿੱਤਾਂ ਦੀ ਖਾਤਰ ਫੈਸਲੇ ਲਏ ਨੇ। ਹਾਲਾਂਕਿ ਕੁਝ ਫੈਸਲਿਆਂ ਦਾ ਵਿਰੋਧ ਵੀ ਹੋਇਆ ਹੈ। ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਐਲਾਨ ਕੀਤਾ ਗਿਆ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਿਹਾ ਜਾਂਦਾ ਹੈ, ਜਿਸ ਨੂੰ ਤੇ ਲੋਕ ਦੇਸ਼ ਦੀ ਵੰਡ ਕਹਿੰਦੇ ਨੇ। ਉਸ ਮੌਕੇ ਮੁੱਖ ਮੰਤਰੀ ਮਾਨ ਦੇ ਵੱਲੋਂ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ। ਪਹਿਲੇ ਗੇੜ ਦੇ ਵਿੱਚ 75 ਮੁਹੱਲਾ ਕਲੀਨਿਕ ਖੋਲੇ ਜਾਣਗੇ। ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਦੇ ਵੱਲੋਂ ਇਹ ਐਲਾਨ ਕੀਤਾ ਜਾਏਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਤੇ ਸਿਹਤ ਅਧਿਕਾਰੀਆਂ ਦੇ ਨਾਲ ਅਹਿਮ ਬੈਠਕ ਕੀਤੀ। ਉਹਨਾਂ ਨੇ ਫਿਰ ਕਿਹਾ ਕਿ ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਅਸੀਂ ਮੁਹੱਲਾ ਕਲੀਨਿਕ ਬਣਾਉਣ ਜਾ ਰਹੇ ਹਾਂ। ਪੰਜਾਬ ਦੇ ਲੋਕਾਂ ਨੂੰ ਵਧੀਆ ਤੇ ਮੁਫਤ ਇਲਾਜ ਦੇਣ ਦਾ ਵਾਅਦਾ ਵੀ ਪੂਰਾ ਕਰਾਂਗੇ ਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਪੂਰੇ ਦੇਸ਼ ਦੇ ਵਿੱਚ ਮਿਸਾਲੀ ਵੀ ਬਣਾਵਾਂਗੇ। ਇਸ ਦਰਮਿਆਨ ਇੱਕ ਹੋਰ ਖਬਰ ਸਾਨੂੰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਿਛਲੇ ਦਿਨੀ ਇਲਜ਼ਾਮ ਲੱਗਦੇ ਰਹੇ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕਿਹੜੀ ਹੈਸੀਅਤ ਦੇ ਵਿੱਚ ਪੰਜਾਬ ਦੇ ਅਧਿਕਾਰੀਆਂ ਨੂੰ, ਅਫਸਰਾਂ ਨੂੰ ਆਪਣੇ ਕੋਲ ਬੁਲਾਇਆ, ਤਲਬ ਕੀਤਾ ਬਿਜਲੀ ਦੇ ਮਸਲੇ ਦੇ ਉੱਤੇ। ਉਸ ਤੋਂ ਬਾਅਦ ਸਰਕਾਰ ਦੀ ਕਾਫੀ ਕਿਰਕਰੀ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪਸ਼ਟੀਕਰਨ ਵੀ ਦੇਣਾ ਪਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੁਫਤ ਬਿਜਲੀ ਵਾਲਾ ਐਲਾਨ ਵੀ ਕੀਤਾ ਸੀ। ਤੇ ਹੁਣ ਇੱਕ ਨਵੀਂ ਜਾਣਕਾਰੀ ਸਾਡੇ ਕੋਲ, ਇਹ ਐਕਸਕਲੂਸਿਵ ਜਾਣਕਾਰੀ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਕੁਝ ਸਿਹਤ ਅਧਿਕਾਰੀ ਸਕੱਤਰ ਹੁਸਨ ਲਾਲ ਸਮੇਤ ਦਿੱਲੀ ਗਏ ਨੇ ਤੇ ਉੱਥੇ ਉਹਨਾਂ ਨੇ ਦਿੱਲੀ ਦਾ ਸਿਹਤ ਮਾਡਲ ਦੇਖਣਾ ਹੈ, ਕਿਉਂਕਿ ਮੁਹੱਲਾ ਕਲੀਨਿਕ ਸ਼ੁਰੂਆਤ ਕਰਨ ਦਾ ਮੁੱਖ ਮੰਤਰੀ ਨੇ ਇੱਕ ਪਾਸੇ ਐਲਾਨ ਕੀਤਾ ਤੇ ਦੂਸਰੇ ਪਾਸੇ ਉਸੇ ਹੀ ਦਿਨ ਸਾਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਜਿਹੜੇ ਸਿਹਤ ਸਕੱਤਰ ਹੁਸਨ ਲਾਲ, DRME ਅਵਨੀਸ਼ ਕੁਮਾਰ, ਪਟਿਆਲਾ ਜ਼ਿਲ੍ਹੇ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ MS ਨੇ ਜਿਹੜੇ ਡਾਕਟਰ HS ਰੇਖੀ, ਇਹਨਾਂ ਦੇ ਨਾਲ ਇੱਕ ਜੂਨੀਅਰ ਡਾਕਟਰ ਵਿਜੇ, ਇਹ ਵੀ ਗਏ ਨੇ। ਤੇ ਵਿਜੇ ਬਾਰੇ ਖਾਸ ਜਾਣਕਾਰੀ ਹੈ ਕਿ ਆਮ ਆਦਮੀ ਪਾਰਟੀ ਦੇ ਕਾਫੀ ਨੇੜਲੇ ਨੇ, ਕਾਫੀ ਖਾਸਮ ਖਾਸ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਇਹਨਾਂ ਨੇ ਸਰਕਾਰੀ ਅਹੁਦੇ ਤੇ ਰਹਿੰਦਿਆਂ ਹੋਇਆਂ ਖੁੱਲ੍ਹ ਕੇ ਪ੍ਰਚਾਰ ਕੀਤਾ ਸੀ ਆਮ ਆਦਮੀ
ਪਾਰਟੀ ਦੇ ਹੱਕ ਦੇ ਵਿੱਚ ਇਹ ਸਾਰੇ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਗਏ ਨੇ ਦੇਖਣ ਦਿੱਲੀ ਦੇ ਹਸਪਤਾਲਾਂ ਨੂੰ। ਤੇ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਸਰਕਾਰ ਇਹਨਾਂ ਨੂੰ ESI ਹਸਪਤਾਲ ਦਿਖਾ ਰਹੀ ਹੈ ਤੇ ESI ਹਸਪਤਾਲ ਜਿਹੜੇ ਹੁੰਦੇ ਨੇ ਉਹ ਸੈਂਟਰਲ ਗਵਰਨਮੈਂਟ ਦੇ ਵੱਲੋਂ ਬਣਾਏ ਜਾਂਦੇ ਨੇ ਤੇ ਉੱਥੇ ਵਰਲਡ ਕਲਾਸ ਟ੍ਰੀਟਮੈਂਟ ਕੀਤਾ ਜਾਂਦਾ ਹੈ। ਉਹਨਾਂ ਦਾ ਪ੍ਰਬੰਧ ਹੀ ਬਹੁਤ ਵਧੀਆ ਹੁੰਦਾ ਹੈ ਤੇ ਉਹ ਖਾਸ ਤੌਰ ਤੇ ਜਿਹੜੇ ਫੈਕਟਰੀਆਂ ਦੇ ਕਾਮੇ ਮੁਲਾਜ਼ਮ ਉਹਨਾਂ ਦੇ ਫ੍ਰੀ ਇਲਾਜ ਦੇ ਲਈ ਬਣਾਏ ਗਏ ਨੇ ਤੇ ਇਹਨਾਂ ਹਸਪਤਾਲਾਂ ਦੇ ਵਿੱਚ ਦਿੱਲੀ ਸਰਕਾਰ ਦਾ ਕੋਈ ਰੋਲ ਹੀ ਨਹੀਂ ਹੈ। ਤਾਂ ਫਿਰ ਜੇ ਇਹਨਾਂ ਅਧਿਕਾਰੀਆਂ ਨੂੰ ਸਾਡੇ ਸੂਤਰਾਂ ਦੀ ਜਾਣਕਾਰੀ ਦੱਸਦੀ ਹੈ ਕਿ ਇਹਨਾਂ ਨੂੰ ESI ਹਸਪਤਾਲ ਦਿਖਾਉਣ ਦੇ ਲਈ ਬੁਲਾਇਆ ਗਿਆ ਤੇ ਜੇ ਇਹਨਾਂ ਨੂੰ ESI ਦਿਖਾਉਣ ਲਈ ਬੁਲਾਇਆ ਗਿਆ ਹੈ ਤਾਂ ਇਹ ਦਿੱਲੀ ਸਰਕਾਰ ਦੇ ਅਧੀਨ ਨਹੀਂ ਹੈ ਹਸਪਤਾਲ, ਸੈਂਟਰ ਸਰਕਾਰ ਦਾ ਪ੍ਰੋਜੈਕਟ ਹੈ। ਤਾਂ ਫਿਰ ਇਹ ਸਭ ਕੁਝ ਕੀ ਚੱਲ ਰਿਹਾ ਹੈ, ਕਿਉਂ ਹੋ ਰਿਹਾ ਹੈ, ਇਸ ਬਾਰੇ ਕੁਛ ਵੀ ਕਿਹਾ ਨਹੀਂ ਜਾ ਸਕਦਾ। ਪਰ ਇੱਕ ਜ਼ਮੀਨੀ ਹਕੀਕਤ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਪ੍ਰਿੰਸੀਪਲ ਅਤੇ MS ਇਸ ਟੀਮ ਦੇ ਨਾਲ ਗਏ ਨੇ ਉੱਥੇ ਰਜਿੰਦਰਾ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਅੱਜਕੱਲ ਇਹ ਹਾਲਾਤ ਨੇ ਕਿ ਨਾ ਤਾਂ ਉੱਥੇ ਮਰੀਜ਼ਾਂ ਨੂੰ ਜਿਹੜੀ ਹਸਪਤਾਲ ਦੇ ਵੱਲੋਂ ਦਿੱਤੀ ਜਾਂਦੀ ਹੈ ਸਹੂਲਤ ਉਹਦੇ ਵਿੱਚ ਸਿਰਿੰਜ ਹੁੰਦੀ ਹੈ, ਸੂਈ ਹੁੰਦੀ ਹੈ, ਕਾਟਨ ਹੁੰਦੀ ਹੈ, ਸਪਿਰਿਟ ਹੁੰਦੀ ਹੈ ਤੇ ਹੋਰ ਕੁਝ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਹਸਪਤਾਲ ਦੇ ਵੱਲੋਂ ਹੀ ਮੁਹੱਈਆ ਕੀਤੀਆਂ ਜਾਂਦੀਆਂ ਨੇ। ਸੋਚੋ ਤੁਸੀਂ ਕਿ ਉਹ ਹਸਪਤਾਲਾਂ ਦੇ ਵਿੱਚ ਹੈ ਹੀ ਨਹੀਂ। ਪਟਿਆਲੇ ਦੇ ਹਸਪਤਾਲ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਇਹ ਸਾਰਾ ਸਮਾਨ ਉਪਲਬਧ ਨਹੀਂ ਹੈ। ਹਾਲਾਂਕਿ ਪਿਛਲੇ ਦਿਨੀ ਸਿਹਤ ਮੰਤਰੀ ਵਿਜੇ ਸਿੰਗਲਾ ਆਏ ਸੀ ਤੇ ਉਹਨਾਂ ਨੇ 25 ਲੱਖ ਰੁਪਏ ਦਾ ਐਲਾਨ ਵੀ ਕੀਤਾ ਸੀ ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਹਲੇ ਉਹ 25 ਲੱਖ ਦਾ ਸਮਾਨ ਖਰੀਦਿਆ ਨਹੀਂ ਗਿਆ। ਹਲੇ ਵੀ ਮਰੀਜ਼ਾਂ ਨੂੰ ਡਾਕਟਰ ਇਹ ਕਹਿਣ ਲਈ ਮਜਬੂਰ ਨੇ ਕਿ ਬਾਹਰੋਂ ਮੈਡੀਕਲ ਸਟੋਰ ਤੋਂ ਤੁਸੀਂ ਸਿਰਿੰਜ ਵੀ ਆਪ ਲੈ ਕੇ ਆਓ, ਸੂਈ ਵੀ, ਕਾਟਨ ਵੀ ਤੇ ਸਪਿਰਿਟ ਵੀ, ਸਾਰਾ ਕੁਝ ਆਪ ਲਿਆਓ, ਅਸੀਂ ਤੁਹਾਡਾ ਇਲਾਜ ਕਰਨਾ ਸ਼ੁਰੂ ਕਰ ਦੇਵਾਂਗੇ। ਸੋ ਇਹ ਜ਼ਮੀਨੀ ਹਾਲਾਤ ਨੇ ਜਿਹੜੇ ਬਣੇ ਹੋਏ ਨੇ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੁਰਾਕ ਸੁਰੱਖਿਆ ਐਕਟ 2013 ਦੇ ਤਹਿਤ ਕਣਕ ਦੀ ਸੁਚੱਜੀ ਵੰਡ ਦੀ ਨਿਗਰਾਨੀ ਦੇ ਮੱਦੇਨਜ਼ਰ ਜ਼ਿਲ੍ਹਾ, ਬਲਾਕ ਅਤੇ ਡਿਪੂ ਪੱਧਰ ਤੇ ਵਿਜੀਲੈਂਸ ਕਮੇਟੀਆਂ ਬਣਾਉਣ ਦੇ ਹੁਕਮ ਦੇ ਦਿੱਤੇ ਨੇ। ਇਹ ਕਮੇਟੀਆਂ ਆਟੇ ਦੀ ਹੋਮ ਡਿਲੀਵਰੀ ਦੀ ਨਿਗਰਾਨੀ ਵੀ ਕਰਨਗੀਆਂ ਜੋ ਕਿ ਛੇਤੀ ਸ਼ੁਰੂ ਹੋਣ ਵਾਲੀ ਹੈ। ਆਟੇ ਦੀ ਹੋਮ ਡਿਲੀਵਰੀ ਘਰ ਘਰ ਜਿਹੜੀ ਸ਼ੁਰੂ ਹੋਣੀ ਹੈ। ਸ਼ੁੱਕਰਵਾਰ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਹੈ। ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਦੇ ਮੁਤਾਬਿਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਕਈ ਕਿਸਾਨਾਂ ਨੇ, ਆਪਾਂ ਕਹਿ ਸਕਦੇ ਕਿ ਅੱਧੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਨੂੰ ਮੰਨਿਆ ਹੈ ਅਤੇ ਸਿੱਧੀ ਬਿਜਾਈ ਸ਼ੁਰੂ ਕੀਤੀ ਹੈ। ਪੰਜਾਬ ਦਾ ਪਾਣੀ ਬਚਾਉਣ ਦੇ ਲਈ ਮੁੱਖ ਮੰਤਰੀ ਨੇ ਵੀ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨ ਸਿੱਧੀ ਬਿਜਾਈ ਕਰਨਗੇ ਉਹਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਦਦ ਦਿੱਤੀ ਜਾਏਗੀ ਤੇ ਇਹ ਮਦਦ ਕਿਵੇਂ ਦਿੱਤੀ ਜਾਊਗੀ, ਉਹਨਾਂ ਕਿਸਾਨਾਂ ਤੱਕ ਪਹੁੰਚ ਕਿਵੇਂ ਕੀਤੀ ਜਾਊਗੀ, ਉਹਨਾਂ ਕਿਸਾਨਾਂ ਦੀ ਪਛਾਣ ਕਿਵੇਂ ਕੀਤੀ ਜਾਊਗੀ, ਰਿਕਾਰਡ ਕੌਣ ਰੱਖ ਰਿਹਾ ਹੈ, ਇਸ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ। ਇਹਨਾਂ ਨੂੰ ਪੈਸੇ ਕਦੋਂ ਤੇ ਕਿਵੇਂ ਦਿੱਤੇ ਜਾਣਗੇ ਇਸ ਬਾਰੇ ਵੀ ਕੁਝ ਸਪਸ਼ਟ ਨਹੀਂ ਹੈ। ਪਰ ਝੋਨੇ ਦੀ ਸਿੱਧੀ ਬਿਜਾਈ ਜੇ ਕਿਸਾਨ ਕਰਦੇ ਨੇ, ਜੇ ਉਹਨਾਂ ਨੂੰ ਪੈਸੇ ਨਾ ਵੀ ਮਿਲਣ ਤਾਂ ਇਹ ਪੰਜਾਬ ਦੇ ਲਈ ਵੀ ਚੰਗੀ ਗੱਲ ਹੈ ਅਤੇ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਲਈ ਵੀ ਚੰਗੀ ਗੱਲ ਹੈ। ਪੰਜਾਬ ਦੇ ਜਲ ਸਰੋਤ ਤੇ ਮਾਲ ਮੁੜ ਵਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਪੰਜਾਬ ਦੇ ਸਿੰਚਾਈ ਭਵਨ ਦੇ ਵਿੱਚ ਜਲ ਸਰੋਤ ਵਿਭਾਗ ਦੇ 43 ਜੂਨੀਅਰ ਇੰਜੀਨੀਅਰਾਂ ਯਾਨੀ ਕਿ JEs ਨੂੰ ਨਿਯੁਕਤੀ ਪੱਤਰ ਸੌਂਪੇ ਨੇ। ਕੈਬਨਿਟ ਮੰਤਰੀ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਪਟਵਾਰੀਆਂ ਦੇ ਨਿਯੁਕਤੀ ਪੱਤਰ ਵੀ ਸੌਂਪੇ ਜਾਣਗੇ। 800 ਪਟਵਾਰੀਆਂ ਦੀ ਜਲਦ ਭਰਤੀ ਹੋਏਗੀ। ਤੁਹਾਡੀ ਜਿਹੜੀ ਸਫਲਤਾ ਕਾਮਯਾਬੀ ਹੈ ਤੁਹਾਡੀ ਮਿਹਨਤ ਸਦਕਾ ਹੈ, ਕਿਉਂਕਿ ਨੇ ਦੱਸਿਆ ਕਿ ਤੁਸੀਂ ਬੜਾ ਕੜਾ ਟੈਸਟ ਪਾਸ ਕਰਕੇ ਆਏ ਹੋ, क्योंकि जीवन के अपने कड़े मापदंड होते हैं और जी तुहानू कामयाबी है जिदा कि इन्होंने दसिया भी साडे डिपार्टमेंट के लिए बहुत बड़ी जरूरत और पंजाब दे विच क्योंकि माइनिंग का, इरीगेशन का या होर डिपार्टमेंट्स दे विच फ्लड का बहुत ज्यादा कई बार जरूरत पैंदी है। और मैं ये उम्मीद करदा तुहाडे सारे बच्चों कोलों कि तुसीं बहुत तनदेही दे नाल बड़ी ईमानदारी दे नाल अपना जिहड़ा ड्यूटी है ਇਹਨੂੰ ਨਿਭਾਉਂਗੇ। ਤੇ ਜਿਹੜਾ ਪਿਛਲੇ ਦਿਨੀ ਸਰਕਾਰ ਨੇ ਐਲਾਨ ਕੀਤਾ ਹੈ ਕਿ 1766 ਅਸਾਮੀਆਂ ਜਿਹੜੀਆਂ ਠੇਕਾ ਪੱਧਰ ਤੇ ਭਰੀਆਂ ਜਾਣੀਆਂ ਨੇ ਅਤੇ ਰਿਟਾਇਰਡ ਪਟਵਾਰੀਆਂ ਨੂੰ ਉਹਦੇ ਵਿੱਚ ਲਿਆ ਜਾਣਾ ਹੈ, ਉਸ ਤੇ ਵੀ ਜ਼ਿੰਪਾ ਨੇ ਕਿਹਾ ਕਿ ਇਹ ਅਸਾਮੀਆਂ ਸਿਰਫ 1 ਸਾਲ ਲਈ ਠੇਕੇ ਤੇ ਭਰੀਆਂ ਗਈਆਂ ਨੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਦਿੱਤੀਆਂ ਜਾ ਸਕਣ ਅਤੇ ਬਾਕੀ ਜਿਹੜੀਆਂ ਰੈਗੂਲਰ ਭਰਤੀਆਂ ਨੇ ਉਹ ਹੋਣਗੀਆਂ। ਲੁਧਿਆਣਾ ਕੋਰਟ ਬਲਾਸਟ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਹੈ। ਪੰਜਾਬ STF ਦੀ ਟੀਮ ਹੈ ਜਿਹੜੀ ਉਹ ਇਸ ਦੀ ਜਾਂਚ ਕਰ ਰਹੀ ਹੈ। ਧਮਾਕੇ ਦੇ ਲਈ IED ਸਪਲਾਈ ਕਰਨ
ਵਾਲਾ ਦੋਸ਼ੀ ਦਿਲਬਾਗ ਸਿੰਘ ਕਹਿੰਦੇ ਅੰਮ੍ਰਿਤਸਰ ਤੋਂ गिरफ्तार ਕੀਤਾ ਗਿਆ ਹੈ। ਦਿਲਬਾਗ ਨੂੰ ਐਸਟੀਐਫ ਵੱਲੋਂ 3 ਹੋਰ ਸਾਥੀਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਸਾਰਿਆਂ ਨੇ ਇਸ ਬਲਾਸਟ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ। ਅਦਾਲਤ ਦੇ ਵਿੱਚ ਧਮਾਕਾ ਕਰਨ ਵਾਲੇ ਬਰਖਾਸਤ ਕਾਂਸਟੇਬਲ ਗਗਨਦੀਪ ਨੂੰ ਇਹਨਾਂ ਮੁਲਜ਼ਮਾਂ ਨੇ ਆਈਡੀ ਮੁਹੱਈਆ ਕਰਵਾਈ ਸੀ ਤੇ ਗਗਨਦੀਪ ਖੁਦ ਹੀ ਉਸ ਬਲਾਸਟ ਦੇ ਵਿੱਚ ਮਾਰਿਆ ਗਿਆ ਸੀ ਤੇ ਦਿਲਬਾਗ ਦੇ ਨਾਲ ਫੜੇ ਗਏ ਲੋਕਾਂ ਦੇ ਵਿੱਚ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ 8ਵੀਂ ਜਮਾਤ ਦੇ ਵਿੱਚ ਇਹ ਬੱਚਾ ਪੜ੍ਹਦਾ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਟੀਐਫ ਨੇ ਦਾਅਵਾ ਕੀਤਾ ਹੈ ਕਿ ਸ਼ੱਕੀ ਨੌਜਵਾਨ ਤੋਂ ਨੌਜਵਾਨ ਹੈ ਜਿਹੜਾ ਉਹ ਮੋਬਾਈਲ ਸਿਮ ਦਾ ਪ੍ਰਬੰਧ ਕਰਦਾ ਸੀ ਤੇ ਪਾਕਿਸਤਾਨ ਦੇ ਨਾਲ ਗੱਲਬਾਤ ਲਈ ਵੀ ਇਹੀ ਸਿਮ ਕਾਰਡ ਵਰਤਿਆ ਗਿਆ ਸੀ। ਸੋ ਇਹ ਪੰਜਾਬ ਪੁਲਿਸ ਦਾ ਕਹਿਣਾ ਹੈ, ਐਸਟੀਐਫ ਦਾ ਕਹਿਣਾ ਹੈ। ਸੋ ਇਹ ਵੱਡਾ ਦਾਅਵਾ ਜਿਹੜਾ ਕੀਤਾ ਗਿਆ ਹੈ, ਪਰ ਬੜਾ ਹੈਰਾਨੀਜਨਕ ਹੈ ਕਿ ਪਿਛਲੇ ਦਿਨੀ ਇੱਕ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਫੜਿਆ ਗਿਆ ਸੀ ਤੇ ਹੁਣ ਇਸ ਕੇਸ ਦੇ ਵਿੱਚ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਨਸਾ ਤੋਂ ਖਬਰ ਹੈ ਜਿੱਥੇ ਹਾਲੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਨਰਮੇ ਦੀ ਖਰਾਬ ਹੋਈ ਫਸਲ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਗੁਲਾਬੀ ਸੁੰਡੀ ਦੇ ਕਾਰਨ ਨਰਮੇ ਦੀ ਫਸਲ ਖਰਾਬ ਹੋ ਗਈ ਸੀ ਤੇ ਅੱਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਮਾਨਸਾ ਦੇ ਤਹਿਸੀਲਦਾਰ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਅਤੇ ਜਲਦ ਤੋਂ ਜਲਦ ਮੁਆਵਜ਼ਾ ਦੇਣ ਦੀ ਮੰਗ ਕੀਤੀ ਤੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਹੋਊਗਾ। ਸਾਡੀਆਂ ਇੱਥੇ ਮੁਆਵਜ਼ੇ ਦੀ ਮੰਗ ਹੈ। ਜੋ ਪਹਿਲਾਂ ਗੁਲਾਬੀ ਸੁੰਡੀ ਦਾ ਕਰਕੇ ਨੁਕਸਾਨੀ ਗਈ ਸੀ ਫਸਲ, ਹਰੇਕ ਪਿੰਡ ਦੇ ਵਿੱਚ ਨਾ ਵਾਲਾ ਤਾਂ 5-5 7-7 ਕਿਸਾਨ ਹਰੇਕ ਪਿੰਡ ਦੇ ਵਿੱਚ ਬਚੇ ਹੋਏ ਨੇ ਜਿਨ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ। ਹੁਣ ਇਹ ਜਿਹੜੇ ਕੁਛ ਕੁ ਤਾਂ ਠੇਕੇ ਵਾਲੇ ਨੇ ਉਹਨਾਂ ਨੇ ਅੱਗੇ ਠੇਕਾ ਵੀ ਭਰਨਾ ਹੈ, ਕੁਛ ਕੁ ਹੋਰ ਨੇ ਕਿਸਾਨ ਹੁਣ ਜਿਹੜੇ ਵਿਚਾਰੇ ਕਰਜ਼ਾ ਚੱਕੀ ਬੈਠੇ ਨੇ ਉਹਨਾਂ ਨੇ ਕਰਜ਼ਾ ਵੀ ਉਤਾਰਨਾ ਹੈ ਤੇ ਅਸੀਂ ਪਹਿਲਾਂ ਵੀ ਮਾਲ ਵਿਭਾਗ ਨਾਲ ਵੀ ਗੱਲਬਾਤ ਕੀਤੀ ਹੈ। ਫੌਰੀ ਤੌਰ ਦੇ ਉੱਤੇ ਅਸੀਂ ਇਹ ਸੀਗਾ ਕਿ ਇਹਦੇ ਉੱਤੇ ਇੱਕ ਪ੍ਰੋਗਰਾਮ ਦਈਏ ਤਾਂ ਕਿ ਲੋਕਾਂ ਨੂੰ ਲਾਮਬੰਦ ਕਰਕੇ ਜੇ ਮਾਲ ਵਿਭਾਗ ਨੇ ਨਾ ਗੌਰ ਕੀਤੀ ਤਾਂ ਅਸੀਂ ਫਿਰ ਸੰਘਰਸ਼ ਨੂੰ ਤਿੱਖਾ ਕਰਾਂਗੇ। ਅਗਲੀ ਖਬਰ ਵੀ ਮਾਨਸਾ ਤੋਂ ਹੀ ਹੈ ਜਿੱਥੇ ਮਾਨਸਾ ਸ਼ਹਿਰ ਦੇ ਵਾਸੀਆਂ ਨੇ ਨਸ਼ੇ ਦੇ ਖਿਲਾਫ ਝੰਡਾ ਚੁੱਕ ਲਿਆ ਹੈ। ਮਾਨਸਾ ਦੇ ਵਾਰਡ ਨੰਬਰ 6 ਦੇ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ੇ ਦੇ ਖਾਤਮੇ ਲਈ 11 ਮੈਂਬਰਾਂ ਦੀ ਕਮੇਟੀ ਬਣਾਈ ਹੈ। ਇਹ ਕਮੇਟੀ ਜਿੱਥੇ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਦੇ ਹਵਾਲੇ ਕਰੂਗੀ ਉੱਥੇ ਹੀ ਨਸ਼ੇ ਦੇ ਪੀੜਤਾਂ ਦਾ ਇਲਾਜ ਕਰਵਾਉਣ ਦੇ ਵਿੱਚ ਵੀ ਮਦਦ ਕਰੇਗੀ, ਜਿਸ ਦੇ ਲਈ ਐਸਐਸਪੀ ਗੌਰਵ ਤੂਰਾ ਨੇ ਕਮੇਟੀ ਦੇ ਉਪਰਾਲੇ ਦਾ ਸਵਾਗਤ ਕਰਦਿਆਂ ਹੋਰ ਕੌਂਸਲਰਾਂ ਨੂੰ ਵੀ ਪੂਰਨ ਸਹਿਯੋਗ ਦੇਣ ਦਾ ਜਿਹੜਾ ਭਰੋਸਾ ਹੈ ਉਹ ਦਿੱਤਾ ਹੈ। ਸੋ ਜੇ ਹਰ ਵਾਰਡ ਦੇ ਵਿੱਚ, ਹਰ ਪਿੰਡ, ਹਰ ਸ਼ਹਿਰ ਦੇ ਵਿੱਚ ਲੋਕ ਇਸੇ ਤਰ੍ਹਾਂ ਜੁੜ ਜਾਣ, ਇਕੱਠੇ ਹੋ ਜਾਣ ਤਾਂ ਨਸ਼ਿਆਂ ਵਰਗੀ ਜਿਹੜੀ ਬਿਮਾਰੀ ਹੈ ਉਹ ਜੜੋਂ ਖਤਮ ਹੋ ਸਕਦੀ ਹੈ। ਸਰਕਾਰਾਂ ਨੇ ਕੁਝ ਕਰਨਾ ਜਾਂ ਨਹੀਂ ਕਰਨਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਇਹ ਜਿਹੜਾ ਵਾਰਡ ਨੰਬਰ 6 ਮਾਨਸਾ ਦੇ ਮਿਊਨਿਸਪਲ ਕਾਉਂਸਲਰ ਸਾਹਿਬ ਵੱਲੋਂ ਜਿਹੜੀ ਹੈ ਮਤਾ ਆਪਣੇ ਪੂਰੇ ਵਾਰਡ ਦੇ ਵਿੱਚ ਪਾਇਆ ਗਿਆ ਹੈਗਾ ਹੈ। ਇਹਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਇੱਕ ਸਪੈਸੀਫਿਕ ਜਿਹੜੀ ਉਹਨਾਂ ਨੇ ਇੱਕ ਕਮੇਟੀ ਬਣਾਈ ਹੈਗੀ ਹੈ ਜਿਹੜਾ ਨਸ਼ਾ ਰੋਕਣ ਦੇ ਵਿੱਚ ਜਿਹੜਾ ਕੰਮ ਕਰੂਗੀ ਅਤੇ ਜਿਹੜਾ ਨਸ਼ਾ ਜਿਹੜਾ ਵੇਚਦੇ ਹੈਗੇ ਉਹਦੇ ਸੰਬੰਧੀ ਜਿਹੜੀ ਸਾਨੂੰ ਖੁਫੀਆ ਇਨਫੋਰਮੇਸ਼ਨ ਉਹ ਵੀ ਪ੍ਰੋਵਾਈਡ ਕੀਤੀ ਜਾਊਗੀ। ਇਸ ਤੋਂ ਇਲਾਵਾ ਜਿਹੜਾ ਨਸ਼ੇ ਕਰਨ ਦੇ ਆਦੀ ਹੈਗੇ ਹੈ ਉਹਨਾਂ ਨੂੰ ਜਿਹੜਾ ਡੀ ਐਡਿਕਸ਼ਨ ਸੰਬੰਧੀ ਵੀ ਉਸ ਜਿਹੜੀ ਕਮੇਟੀ ਵੱਲੋਂ ਡੀ ਐਡਿਕਸ਼ਨ ਕਰਾਉਣ 'ਚ ਵੱਖ-ਵੱਖ ਜਿਹੜੇ ਉਪਰਾਲੇ ਉਹ ਕੀਤੇ ਜਾਣਗੇ ਤੇ ਇਹ ਜਿਹੜੇ ਇਨੀਸ਼ੀਏਟਿਵ ਦਾ ਅਸੀਂ ਵੈਲਕਮ ਕਰਦੇ ਹਾਂ ਤੇ ਮੈਂ ਉਮੀਦ ਕਰਦਾ ਆਉਣ ਵਾਲੇ ਸਮੇਂ 'ਚ ਜਿਹੜੇ ਵੱਖ-ਵੱਖ ਕਾਉਂਸਲਰ ਸਾਹਿਬਾਨ ਹੈਗੇ ਆ ਆਪਣੇ ਵਾਰਡ 'ਚ ਇਹਨੂੰ ਲਾਗੂ ਕਰਾਉਣਗੇ ਤਾਂ ਜੋ ਆਪਣੇ ਮਾਨਸਾ ਸ਼ਹਿਰ ਦੇ ਵਿੱਚ ਨਸ਼ਾ ਹੋਰ ਤੇਜ਼ੀ ਨਾਲ ਜਿਹੜਾ ਘਟ ਸਕੇ। ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਨਾਭੇ ਦੇ ਇੱਕ ਡੀਐਸਪੀ ਦੀ ਸ਼ਹਿ ਤੇ 10 ਲੱਖ ਤੋਂ ਵੱਧ ਰੁਪਈਆਂ ਦੀ ਠੱਗੀ ਮਾਰੀ ਗਈ ਹੈ। ਪਰਿਵਾਰ ਨੂੰ ਵਾਰ-ਵਾਰ ਅਫਸਰਾਂ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ, ਇਨਸਾਫ ਲਈ ਅਰਜ਼ੋਈਆਂ ਕਰਨ ਦੇ ਬਾਵਜੂਦ ਵੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਹੁਣ ਇਸ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਇਨਸਾਫ ਦੀ ਅਪੀਲ ਕੀਤੀ ਹੈ। ਆਪਣੇ ਨਾਲ ਹੋਈ ਠੱਗੀ ਦੀ ਸਾਰੀ ਕਹਾਣੀ ਵੀ ਦੱਸੀ ਹੈ ਅਤੇ ਇਹਨਾਂ ਨੇ ਮੋਹਾਲੀ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ। ਨਾਭਾ ਦੇ ਪਿੰਡ ਤੁੰਗਾ ਦੀ ਵਿਧਵਾ ਪਰਮਜੀਤ ਕੌਰ ਦੇ ਪਰਿਵਾਰ ਦੇ ਨਾਲ ਇਹ ਠੱਗੀ ਹੋਈ ਹੈ। ਮੇਰੀ ਸਕੇ ਰਿਸ਼ਤੇਦਾਰੀ ਹੋਣ ਕਰਕੇ ਵਿਸ਼ਵਾਸ ਦੇ ਵਿੱਚ 10.5 ਲੱਖ ਦੀ ਠੱਗੀ ਮਾਰ ਗਿਆ ਸੀ ਚਮਕੌਰ ਸਿੰਘ ਤੇ ਉਹਦਾ ਬੇਟਾ ਜੀ। ਉਹਨਾਂ ਖਿਲਾਫ FIR ਵੀ ਦਰਜ ਹੋ ਚੁੱਕੀ ਸੀ ਪਰ DSP ਨਾਭਾ ਨੇ ਸ਼ਰੇਆਮ ਕਰਪਸ਼ਨ ਕਰਦੇ ਹੋਏ 2 ਲੱਖ ਦੀ ਪਰਚਾ ਡਿਸਚਾਰਜ ਕਰਨ ਦੇ ਆਰਡਰ ਦੇ ਤੇ ਉਹ ਤੋਂ ਗਾਹਾਂ ਉਹ DSP ਨੂੰ SPD ਸਾਹਿਬ ਬਚਾ ਰਹੇ ਨੇ ਮਹਿਤਾਬ ਸਿੰਘ, ਉਹਨਾਂ ਨੇ ਬਚਾ ਕੇ ਉਹਨਾਂ ਨੂੰ ਕੇਸ ਨੂੰ ਫਾਈਲ ਕਰਤਾ। ਅਸੀਂ ਇਹਨਾਂ ਦੋਨਾਂ ਦੇ ਖਿਲਾਫ DGP ਸਾਹਿਬ ਤੋਂ CM ਸਾਹਿਬ ਤੋਂ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਸਾਡੇ ਕੋਲ ਪੁਖਤਾ ਸਬੂਤ ਨੇ ਸਰ, ਪੁਖਤਾ ਰਿਕਾਰਡਿੰਗਾਂ ਨੇ। ਇਹਨਾਂ ਨੂੰ ਦੋਵੇਂ ਕਰਪਟ ਅਫਸਰਾਂ ਨੂੰ ਡਿਸਮਿਸ ਕੀਤਾ ਜਾਵੇ ਤੇ ਗਰੀਬ ਪਰਿਵਾਰ ਜਿਨ੍ਹਾਂ ਦੀ ਜ਼ਮੀਨ ਵਿਕਦੀ, ਇਹਨਾਂ ਦਾ ਸਾਰਾ ਕੁਝ ਵਿਕ ਚੁੱਕਿਆ, ਉਹਨਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ। ਸਰ ਸਾਨੂੰ 1 ਸਾਲ ਤੋਂ ਲੈ ਕੇ ਅਸੀਂ ਦਰ ਕੇ ਭਟਕ ਰਹੇ ਹਾਂ ਸਰ। 1 ਸਾਲ ਤੋਂ ਇੰਨੇ ਜਲੀਲ ਹੋ ਰਹੇ ਹਾਂ ਅਸੀਂ। 2021 ਦਾ ਪਰਚਾ ਹੋਇਆ, ਅੱਜ ਪੂਰਾ ਸਾਲ ਹੋ ਗਿਆ ਸਰ। 6 ਮਹੀਨੇ ਸਾਨੂੰ SSP ਦਫ਼ਤਰ ਕਦੇ ਆ ਜਾਓ ਕਦੇ ਵਗ ਜਾਓ ਸਰ। ਸਾਡੇ ਕੋਲੇ ਨਾ ਤਾਂ ਕੋਈ
ਆਉਣ ਜਾਣ ਦਾ ਸਾਧਨ ਆ, ਨਾ ਅਸੀਂ ਸਰ ਸਾਡੇ ਕੋਲੇ ਕੋਈ ਇਨਕਮ ਸੋਰਸ ਆ। ਅਸੀਂ ਸਰ 1.5 ਮਹੀਨੇ ਸਾਲ ਦੇ ਇਹਦੇ ਪਿੱਛੇ ਇੱਕ ਜਲੀਲ ਹੋ ਰਿਹਾ ਸਰ। ਠੱਗੀ ਤਾਂ ਵੱਜੀ ਸਰ, ਉਲਟਾ ਅਸੀਂ ਜਲੀਲ ਹੋ ਰਹੇ ਹਾਂ। ਜਲੰਧਰ ਜ਼ਿਲ੍ਹੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਲੰਮਾ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਗੈਸ ਸਿਲੰਡਰ ਫਟਣ ਦੀ ਭਿਆਨਕ ਘਟਨਾ ਵਾਪਰੀ ਹੈ, ਜਿਸ ਦੇ ਵਿੱਚ 2 ਲੋਕਾਂ ਦੀ ਮੌਤ ਵੀ ਹੋ ਗਈ ਹੈ, ਜਦਕਿ 2 ਹੋਰ ਲੋਕ ਗੰਭੀਰ ਜ਼ਖਮੀ ਹੋਏ ਨੇ। ਮਰਨ ਵਾਲਿਆਂ ਦੇ ਵਿੱਚ ਇੱਕ ਬੱਚਾ ਸ਼ਾਮਿਲ ਹੈ। ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹਾਲਤ ਨਾਜ਼ੁਕ ਬਣੀ ਹੋਈ ਹੈ। ਦਰਅਸਲ ਗੈਸ ਪਾਈਪ ਲੀਕ ਹੋਣ ਕਾਰਨ ਅੱਗ ਜਦੋਂ ਲਾਈ, ਮਤਲਬ ਚੁੱਲ੍ਹੇ ਦੇ ਵਿੱਚ ਅੱਗ ਬਾਲੀ ਗਈ ਤੇ ਸਿਲੰਡਰ ਫਟ ਗਿਆ। ਘਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਨੇ ਪੂਰੇ ਪਰਿਵਾਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਪ੍ਰਵਾਸੀ ਮਜ਼ਦੂਰ ਦਾ ਇਹ ਪਰਿਵਾਰ ਸੀ ਜੋ ਘਟਨਾ ਸਮੇਂ ਘਰ ਦੇ ਅੰਦਰ ਮੌਜੂਦ ਸੀ। ਬਿਹਾਰ ਦੇ ਰਹਿਣ ਵਾਲੇ ਪ੍ਰਵਾਸੀ ਰਾਜਕੁਮਾਰ ਤੇ ਉਸਦੇ 1.5 ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਰਾਜਕੁਮਾਰ ਦੀ ਪਤਨੀ ਤੇ ਦੂਸਰਾ ਪੁੱਤਰ ਅੱਗ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ। ਬੁਲੇਟਿਨ ਦੇ ਵਿੱਚ ਕੁਝ ਖਬਰਾਂ ਹੋਰ ਤੁਹਾਨੂੰ ਦੱਸ ਦਿੰਦੇ ਹਾਂ। ਜੰਮੂ ਕਸ਼ਮੀਰ ਤੋਂ ਖਬਰ ਹੈ, ਜਿੱਥੋਂ ਦੇ ਰਾਮਬਨ ਜ਼ਿਲ੍ਹੇ ਦੇ ਵਿੱਚ ਜੰਮੂ ਕਸ਼ਮੀਰ ਸ਼੍ਰੀਨਗਰ ਕੌਮੀ ਸ਼ਾਹਰਾਹ ਤੇ ਨਿਰਮਾਣ ਅਧੀਨ ਸੁਰੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ। ਘੱਟੋ ਘੱਟ 13 ਮਜ਼ਦੂਰ ਇਸ ਦੇ ਵਿੱਚ ਫਸ ਗਏ, ਜਿਨ੍ਹਾਂ ਵਿੱਚੋਂ 3 ਨੂੰ ਬਚਾ ਲਿਆ ਗਿਆ। ਇਹ ਘਟਨਾ ਵੀਰਵਾਰ ਦੇਰ ਰਾਤ ਨੂੰ ਵਾਪਰੀ। ਬਚਾਅ ਕਾਰਜ ਪੂਰੇ ਜ਼ੋਰਾਂ ਤੇ ਇੱਥੇ ਚੱਲਦਾ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਬਚਾਏ ਗਏ 3 ਮਜ਼ਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੇ ਵਿੱਚ ਕਈ ਮਸ਼ੀਨਾਂ ਤੇ ਟਰੱਕ ਵੀ ਨੁਕਸਾਨੇ ਗਏ ਨੇ। ਇਸੇ ਤਰ੍ਹਾਂ ਮਹਾਰਾਸ਼ਟਰ ਤੋਂ ਇੱਕ ਵੱਡੇ ਹਾਦਸੇ ਦੀ ਖਬਰ ਹੈ, ਜਿੱਥੇ ਚੰਦਰਪੁਰ ਦੇ ਵਿੱਚ ਡੀਜ਼ਲ ਦੇ ਨਾਲ ਭਰੇ ਟੈਂਕਰ ਅਤੇ ਲੱਕੜਾਂ ਨਾਲ ਭਰੇ ਇੱਕ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਤੋਂ ਬਾਅਦ ਅੱਗ ਲੱਗ ਗਈ। ਹਾਦਸੇ ਵਿੱਚ 9 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ ਹੈ। ਬਹੁਤ ਹੀ ਦਰਦਨਾਕ ਮੌਤ ਇਸ ਨੂੰ ਕਿਹਾ ਜਾ ਸਕਦਾ ਹੈ। ਹਾਦਸਾ ਵੀਰਵਾਰ ਰਾਤ ਨੂੰ ਕਰੀਬ 10:30 ਵਜੇ ਚੰਦਰਪੁਰ ਮੂਲ ਰੋਡ ਤੇ ਹੋਇਆ। ਬੈਂਗਲੌਰ ਤੋਂ ਖਬਰ ਹੈ, ਜਿੱਥੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ਤੇ ਤੜਕੇ ਬੰਬ ਹੋਣ ਦੀ ਅਫਵਾਹ ਤੋਂ ਬਾਅਦ ਦਹਿਸ਼ਤ ਫੈਲ ਗਈ। ਪੁਲਿਸ ਨੇ ਦੱਸਿਆ ਕਿ ਹਵਾਈ ਅੱਡੇ ਦੇ ਪੁਲਿਸ ਕੰਟਰੋਲ ਰੂਮ ਨੂੰ ਤੜਕੇ 3:45 ਤੇ ਬੰਬ ਰੱਖਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉੱਥੇ ਤੈਨਾਤ ਸੁਰੱਖਿਆ ਕਰਮਚਾਰੀ ਹਰਕਤ ਦੇ ਵਿੱਚ ਆ ਗਏ। ਕਰੀਬ 3.5 ਘੰਟੇ ਦੀ ਤਲਾਸ਼ੀ ਤੋਂ ਬਾਅਦ ਕੁਝ ਵੀ ਨਹੀਂ ਮਿਲਿਆ ਤੇ ਫੋਨ ਕਾਲ ਅਫਵਾਹ ਸਾਬਿਤ ਹੋਈ। ਐਵੇਂ ਭਾਜਣਾ ਪਾ ਦਿੱਤੀਆਂ। 에ਅਰ ਇੰਡੀਆ ਦੇ ਜਹਾਜ਼ ਦੇ ਨਾਲ ਹਾਦਸਾ ਵਾਪਰਦਾ ਟਲ ਗਿਆ ਹੈ। ਇਹ ਰਾਹਤ ਦੀ ਖਬਰ ਹੈ। ਟਾਟਾ ਗਰੁੱਪ ਦੀ ਮਲਕੀਅਤ ਵਾਲੇ 에ਅਰ ਇੰਡੀਆ ਦਾ A320 ਨਿਓ ਜਹਾਜ਼ ਉਡਾਣ ਭਰਨ ਤੋਂ 27 ਮਿੰਟ ਬਾਅਦ ਹੀ ਮੁੰਬਈ ਹਵਾਈ ਅੱਡੇ ਤੇ ਹੰਗਾਮੀ ਹਾਲਤ ਦੇ ਵਿੱਚ ਉਤਾਰਨਾ ਪਿਆ, ਕਿਉਂਕਿ ਜਹਾਜ਼ ਦੇ ਇੱਕ ਇੰਜਣ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਤੇ ਹਵਾ ਦੇ ਵਿੱਚ ਹੀ ਜਹਾਜ਼ ਬੰਦ ਹੋ ਗਿਆ ਸੀ। 에ਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਯਾਤਰੀਆਂ ਨੂੰ ਇੱਕ ਹੋਰ ਜਹਾਜ਼ ਰਾਹੀਂ ਉਹਨਾਂ ਦੀ ਮੰਜ਼ਿਲ ਤੇ ਬੰਗਲੌਰ ਭੇਜਿਆ ਗਿਆ। ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਕਿ ਅੱਧ ਅਸਮਾਨ ਦੇ ਵਿੱਚ ਜਹਾਜ਼ ਦਾ ਇੰਜਣ ਆਖਿਰਕਾਰ ਕਿਵੇਂ ਬੰਦ ਹੋ ਗਿਆ। ਖਬਰ ਗਿਆਨਵਾਪੀ ਮਸਜਿਦ ਦੇ ਨਾਲ ਜੁੜੀ ਹੋਈ ਹੈ। ਇਸ ਵਿਵਾਦ ਦੇ ਦਰਮਿਆਨ ਜੁੰਮੇ ਦੀ ਨਮਾਜ਼ ਹੈ ਜਿਹੜੀ ਉਹ ਮੁਸਲਿਮ ਭਾਈਚਾਰੇ ਦੇ ਵੱਲੋਂ ਪੜ੍ਹੀ ਗਈ। ਹਾਲਾਂਕਿ ਅੰਜੁਮਨ ਇੰਤਜ਼ਾਮੀਆ ਮਸਜਿਦ ਨੇ ਗਿਆਨਵਾਪੀ ਮਸਜਿਦ ਦੇ ਵਿੱਚ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਜਨਤਕ ਅਪੀਲ ਜਾਰੀ ਕੀਤੀ ਤੇ ਕਿਹਾ ਕਿ ਬਹੁਤ ਵੱਡੀ ਗਿਣਤੀ ਵਿੱਚ ਨਮਾਜ਼ ਦੇ ਲਈ ਆਉਣ ਤੋਂ ਪਰਹੇਜ਼ ਕਰੋ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ, ਸ਼ਾਹੀ ਜਾਮਾ ਮਸਜਿਦ ਗਿਆਨਵਾਪੀ ਦਾ ਮਾਮਲਾ ਇਸ ਵਕਤ ਸਿਵਲ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਹੈ। ਇਸ ਕਰਕੇ ਵਜ਼ੂਖਾਨਾ ਤੇ ਬਾਥਰੂਮ ਨੂੰ ਸੀਲ ਕੀਤਾ ਗਿਆ ਹੈ। ਵਜ਼ੂ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਕਿਉਂਕਿ ਜੁਮੇ ਦੇ ਦਿਨ ਨਮਾਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਰਹਿੰਦੀ ਹੈ, ਇਸ ਲਈ ਦਿੱਕਤ ਤੁਹਾਨੂੰ ਵੀ ਹੋ ਜੂਗੀ। ਤੁਸੀਂ ਇਸ ਕਰਕੇ ਜੁਮੇ ਦੀ ਨਮਾਜ਼ ਮੌਕੇ ਮਸਜਿਦ ਦੇ ਵਿੱਚ ਨਾ ਆਇਓ। ਜੇ ਆਉਣਾ ਹੈ ਤਾਂ ਵਜ਼ੂ ਘਰੋਂ ਹੀ ਕਰਕੇ ਆਇਓ। ਅਪੀਲ ਦੇ ਬਾਵਜੂਦ ਵੀ ਗਿਆਨਵਾਪੀ ਮਸਜਿਦ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਨਮਾਜ਼ ਅਦਾ ਕਰਨ ਲਈ ਜਮ੍ਹਾਂ ਹੋਏ। ਪੁਲਿਸ ਬਲ ਵੀ ਗੇਟ ਨੰਬਰ 4 ਦੇ ਬਾਹਰ ਵੱਡੀ ਗਿਣਤੀ ਵਿੱਚ ਤੈਨਾਤ ਸੀ। ਰਾਜਸਥਾਨ ਦੇ ਜੈਪੁਰ ਦੇ ਵਿੱਚ ਪਹੁੰਚੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਜ਼ਾ ਜੋ ਕੌਮੀ ਭਾਸ਼ਾ ਦੇ ਮੁੱਦੇ ਤੇ ਬਹਿਸ ਛਿੜੀ ਸੀ, ਉਸ ਤੇ ਪਹਿਲੀ ਵਾਰੀ ਬਿਆਨ ਦਿੱਤਾ ਹੈ। ਮੋਦੀ ਨੇ ਕਿਹਾ ਕਿ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਸਥਾਨਕ ਭਾਸ਼ਾਵਾਂ ਨੂੰ ਪਹਿਲ ਦੇਣਾ ਹਰ ਖੇਤਰੀ ਭਾਸ਼ਾ ਦੇ ਪ੍ਰਤੀ ਸਾਡੀ ਕਮਿਟਮੈਂਟ ਨੂੰ ਦਿਖਾਉਂਦਾ ਹੈ। ਭਾਜਪਾ ਕਹਿੰਦੇ ਭਾਰਤੀ ਬੋਲੀਆਂ ਨੂੰ ਭਾਰਤੀਅਤਾ ਦੀ ਆਤਮਾ ਮੰਨਦੀ ਹੈ ਤੇ ਦੇਸ਼ ਦੇ ਭਵਿੱਖ ਦੀ ਕੜੀ ਮੰਨਦੀ ਹੈ ਤੇ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ। ਦਰਅਸਲ ਹਾਲ ਹੀ ਵਿੱਚ ਹਿੰਦੀ ਫਿਲਮ ਅਦਾਕਾਰ ਅਜੇ ਦੇਵਗਨ ਨੇ ਟਵੀਟ ਕੀਤਾ ਸੀ, ਜਿਸ ਵਿੱਚ ਉਹਨਾਂ ਨੇ ਹਿੰਦੀ ਦੇ ਕੌਮੀ ਭਾਸ਼ਾ ਹੋਣ ਦਾ ਦਾਅਵਾ ਕੀਤਾ ਸੀ, ਜਿਸ ਤੋਂ ਬਾਅਦ ਇਸ ਮੁੱਦੇ ਤੇ ਪੂਰੇ ਦੇਸ਼ ਦੇ ਵਿੱਚ ਇੱਕ ਬਹਿਸ ਛਿੜ ਗਈ ਸੀ। ਅਸਾਮ ਦੇ ਵਿੱਚ ਭਿਆਨਕ ਹੜ੍ਹ ਦੇ ਕਾਰਨ 9 ਲੋਕਾਂ ਦੀ ਡੁੱਬ ਕੇ ਮੌਤ ਹੋ ਗਈ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਅਸਾਮ ਦੇ 27 ਪ੍ਰਭਾਵਿਤ ਜ਼ਿਲ੍ਹਿਆਂ ਦੇ 1790 ਪਿੰਡ ਹੜ੍ਹਾਂ ਦੇ ਵਿੱਚ ਡੁੱਬ ਗਏ ਨੇ। ਹੜ੍ਹ ਕਾਰਨ 7 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਸੀਬੀਆਈ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਰੇਲਵੇ ਵਿੱਚ ਨੌਕਰੀਆਂ ਦੇ ਬਦਲੇ ਕਥਿਤ ਤੌਰ ਤੇ ਉਮੀਦਵਾਰਾਂ ਤੋਂ ਜ਼ਮੀਨਾਂ ਲੈਣ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕੀਤਾ ਹੈ। ਘਪਲਾ ਉਦੋਂ ਦਾ ਹੈ ਜਦੋਂ ਲਾਲੂ ਪ੍ਰਸਾਦ ਯਾਦਵ ਸੰਯੁਕਤ ਪ੍ਰਗਤੀਸ਼ੀਲ
ਵਿਕਾਸਸ਼ੀਲ ਗੱਠਜੋੜ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਦੋਸ਼ਾਂ ਦੀ ਮੁੱਢਲੀ ਜਾਂਚ ਦਰਜ ਕੀਤੀ ਸੀ, ਜਿਸ ਨੂੰ ਐਫਆਈਆਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਯਾਦਵ, ਉਹਨਾਂ ਦੀ ਪਤਨੀ ਰਾਬੜੀ ਦੇਵੀ, ਧੀਆਂ ਮੀਸਾ ਤੇ ਹੇਮਾ ਤੋਂ ਇਲਾਵਾ ਕਈ ਉਮੀਦਵਾਰਾਂ ਵਿਰੁੱਧ ਐਫਆਈਆਰ ਦਰਜ ਕਰਨ ਤੋਂ ਬਾਅਦ ਸੀਬੀਆਈ ਨੇ ਸ਼ੁੱਕਰਵਾਰ ਸਵੇਰੇ ਦਿੱਲੀ, ਪਟਨਾ ਅਤੇ ਗੋਪਾਲਗੰਜ ਦੇ ਵਿੱਚ 16 ਥਾਵਾਂ ਤੇ ਤਲਾਸ਼ੀ ਲਈ ਅਤੇ ਆਰਜੇਡੀ ਯਾਨੀ ਕਿ ਲਾਲੂ ਯਾਦਵ ਦੀ ਪਾਰਟੀ ਨੇ ਸੀਬੀਆਈ ਦੀ ਇਸ ਪੂਰੀ ਕਾਰਵਾਈ ਨੂੰ ਗੰਦੀ ਤੇ ਬਦਲੇ ਦੀ ਰਾਜਨੀਤੀ ਦੱਸਿਆ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਕ ਹੋਰ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਭਾਰਤ ਪ੍ਰਤੀ ਦੁਨੀਆ ਦੇ ਵਿੱਚ ਖਾਸ ਭਾਵਨਾ ਪੈਦਾ ਹੋਈ ਹੈ ਤੇ ਉਹ ਦੇਸ਼ ਵੱਲ ਵੱਡੀਆਂ ਉਮੀਦਾਂ ਦੇ ਨਾਲ ਦੇਖ ਰਹੇ ਨੇ। ਇਸੇ ਤਰ੍ਹਾਂ ਦੇਸ਼ ਦੇ ਬੀਜੇਪੀ ਜਿਹੜੀ ਪਾਰਟੀ ਹੈ ਦੇਸ਼ ਦੀ, ਉਸ ਦੇ ਨਾਲ ਵੀ ਪਿਆਰ ਰੱਖਦੇ ਨੇ ਤੇ ਇਸ ਨੂੰ ਖਾਸ ਪਿਆਰ ਮੈਂ ਕਹਾਂਗਾ। ਕਹਿੰਦੇ ਪਾਰਟੀ ਦੇ ਵੱਲ ਬੜੀਆਂ ਵੱਡੀਆਂ ਉਮੀਦਾਂ ਦੇ ਨਾਲ ਲੋਕ ਦੇਖਦੇ ਨੇ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਬੀਜੇਪੀ ਰਾਸ਼ਟਰੀ ਅਹੁਦੇਦਾਰਾਂ ਦੀ 3 ਰੋਜ਼ਾ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਭਾਵੇਂ ਹੁਣ ਤੱਕ ਦੇ ਆਪਣੇ ਸਿਆਸੀ ਸਫ਼ਰ ਦੇ ਸਿਖਰ ਤੇ ਹੈ, ਪਰ ਇਸ ਦਾ ਮੂਲ ਟੀਚਾ ਭਾਰਤ ਨੂੰ ਅੱਗੇ ਲਿਜਾਣਾ ਹੈ, ਜਿਸ ਦਾ ਸੁਪਨਾ ਦੇਸ਼ ਦੀ ਆਜ਼ਾਦੀ ਖਾਤਰ ਜਾਨਾਂ ਵਾਰਨ ਵਾਲਿਆਂ ਨੇ ਦੇਖਿਆ ਸੀ। ਪੈਗਾਸਸ ਮਾਮਲੇ ਦੀ ਗੱਲ ਕਰਾਂਗੇ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਤਕਨੀਕੀ ਤੇ ਨਿਗਰਾਨ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਕਰਨ ਦੀ ਮਿਆਦ ਵਧਾ ਦਿੱਤੀ ਹੈ। ਇਹਨਾਂ ਨਿਗਰਾਨ ਕਮੇਟੀਆਂ ਦੀ ਨਿਯੁਕਤੀ ਸੁਪਰੀਮ ਕੋਰਟ ਨੇ ਹੀ ਕੀਤੀ ਸੀ। ਸਿਖਲੀ ਅਦਾਲਤ ਨੇ ਕਿਹਾ ਕਿ ਇਜ਼ਰਾਈਲੀ ਸਪਾਈਵੇਅਰ ਦੇ ਲਈ 29 ਪ੍ਰਭਾਵਿਤ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ 4 ਹਫ਼ਤਿਆਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ। ਭਾਰਤ ਦੇ ਚੀਫ ਜਸਟਿਸ ਐਨਵੀ ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਤਕਨੀਕੀ ਕਮੇਟੀ ਸਪਾਈਵੇਅਰ ਦੇ ਲਈ ਪ੍ਰਭਾਵਿਤ ਮੋਬਾਈਲ ਫੋਨਾਂ ਦੀ ਜਾਂਚ ਕਰ ਰਹੀ ਹੈ ਤੇ ਉਸਨੇ ਪੱਤਰਕਾਰਾਂ ਸਣੇ ਕੁਝ ਹੋਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਨੇ। ਸੁਪਰੀਮ ਕੋਰਟ ਵੱਲੋਂ ਧੋਖਾਧੜੀ ਦੇ ਕੇਸ ਵਿੱਚ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਸੀਨੀਅਰ ਲੀਡਰ ਆਜ਼ਮ ਖਾਨ 27 ਮਹੀਨਿਆਂ ਬਾਅਦ ਯੂਪੀ ਦੀ ਸੀਤਾਪੁਰ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ। ਕੋਲਕਾਤਾ ਤੋਂ ਖਬਰ ਹੈ, ਜਿੱਥੇ ਆਪਣੀ ਧੀ ਦੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਵਿੱਚ ਕਥਿਤ ਤੌਰ ਤੇ ਨਾਜਾਇਜ਼ ਢੰਗ ਨਾਲ ਕੀਤੀ ਨਿਯੁਕਤੀ ਦੇ ਮਾਮਲੇ ਦੇ ਵਿੱਚ ਪੱਛਮੀ ਬੰਗਾਲ ਦੇ ਸਿੱਖਿਆ ਰਾਜ ਮੰਤਰੀ ਪ੍ਰੇਸ਼ ਚੰਦਰ ਅਧਿਕਾਰੀ ਤੜਕੇ ਕੋਲਕਾਤਾ ਸਥਿਤ ਸੀਬੀਆਈ ਦੇ ਦਫ਼ਤਰ ਪਹੁੰਚੇ, ਜਿੱਥੇ ਉਹਨਾਂ ਪੁੱਛ ਪੜਤਾਲ ਕੀਤੀ ਗਈ। ਸੀਬੀਆਈ ਨੇ ਵੀਰਵਾਰ ਨੂੰ ਮੰਤਰੀ ਖਿਲਾਫ ਐਫਆਈਆਰ ਦਰਜ ਕੀਤੀ ਸੀ, ਕਿਉਂਕਿ ਕੋਲਕਾਤਾ ਹਾਈ ਕੋਰਟ ਵੱਲੋਂ ਨਿਰਧਾਰਿਤ ਸਮੇਂ ਅੰਦਰ ਇਸ ਮਾਮਲੇ ਦੀ ਜਾਂਚ ਸੰਬੰਧੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਨਹੀਂ ਹੋਏ ਸੀ। ਸੋ ਸਾਰਾ ਮਸਲਾ ਧੀ ਦੀ ਸਕੂਲ ਦੇ ਵਿੱਚ ਗੈਰ ਕਾਨੂੰਨੀ ਨਿਯੁਕਤੀ ਕਰਵਾਉਣ ਦਾ ਸੀ। ਪਾਕਿਸਤਾਨ ਅਤੇ ਭਾਰਤ ਮੇਣੋ ਮੇਣੀ ਹੋ ਰਹੇ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਰੱਦ ਕਰਨ ਤੇ ਹੱਦਬੰਦੀ ਕਮਿਸ਼ਨ ਦੀਆਂ ਹਾਲੀਆ ਸਿਫਾਰਿਸ਼ਾਂ ਕਰਨ ਉਹਨਾਂ ਦੇ ਮੁਲਕ ਦੇ ਭਾਰਤ ਨਾਲ ਸੰਬੰਧ ਹੋਰ ਗੁੰਝਲਦਾਰ ਹੋ ਗਏ ਨੇ। ਬਿਲਾਵਲ ਨੇ ਕਿਹਾ ਕਿ ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਗਤੀਵਿਧੀਆਂ, ਗੱਲਬਾਤ ਅਤੇ ਕੂਟਨੀਤੀ ਸੰਬੰਧੀ ਨਾ ਦੇ ਬਰਾਬਰ ਨੇ। ਵਿਦੇਸ਼ ਮੰਤਰੀ ਵਜੋਂ ਆਪਣੀ ਪਹਿਲੀ ਅਮਰੀਕਾ ਫੇਰੀ ਤੇ ਨਿਊਯਾਰਕ ਪਹੁੰਚੇ ਬਿਲਾਵਲ ਨੇ ਇਹ ਟਿੱਪਣੀ ਹੈ ਜਿਹੜੀ ਉਹ ਵੀਰਵਾਰ ਨੂੰ ਪੀਸੀ ਦੌਰਾਨ ਕੀਤੀ ਤੇ ਭਾਰਤ ਨੇ ਬਿਲਾਵਲ ਦੀ ਟਿੱਪਣੀ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਭਾਰਤ ਨੇ ਯੂਐਨਐਸਸੀ ਦੇ ਵਿੱਚ ਜੰਮੂ ਕਸ਼ਮੀਰ ਬਾਰੇ ਬੇਲੋੜੀ ਟਿੱਪਣੀ ਕਰਨ ਤੇ ਪਾਕਿਸਤਾਨ ਤੇ ਨਿਸ਼ਾਨਾ ਸਾਧਿਆ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਟਿੱਪਣੀ ਰਟੀ ਰਟਾਈ ਪ੍ਰਤੀਕਿਰਿਆ ਹੈ, ਜਿਸ ਦਾ ਉਦੇਸ਼ ਨਵੀਂ ਦਿੱਲੀ ਵਿਰੁੱਧ ਝੂਠਾਂ ਤੇ ਦੁਸ਼ਭਾਵਨਾ ਵਾਲਾ ਪ੍ਰਚਾਰ ਕਰਨਾ ਹੈ। ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ, ਜਿੱਥੇ ਖਾਸ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਝੰਡੇ ਗੱਡੇ ਨੇ, ਉੱਥੋਂ ਦੀ ਸਿਆਸਤ ਦੇ ਵਿੱਚ ਪੰਜਾਬੀ ਮੋਹਰੀ ਨੇ, ਤਾਂ ਹੁਣ ਆਸਟ੍ਰੇਲੀਆ ਤੋਂ ਵੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਵਿੱਚ ਐਤਕੀ ਪੰਜਾਬੀ ਵੀ ਕਿਸਮਤ ਅਜ਼ਮਾ ਰਹੇ ਨੇ। ਕੱਲ ਨੂੰ ਯਾਨੀ ਕਿ 21 ਮਈ ਦਾ ਦਿਨ ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਵਿੱਚ VOTING ਕਰਨ ਦਾ ਆਖਰੀ ਦਿਨ ਹੈ। ਕੈਨੇਡਾ, ਅਮਰੀਕਾ, ਇੰਗਲੈਂਡ ਤੇ ਨਿਊਜ਼ੀਲੈਂਡ ਦੀ ਸਰਕਾਰ ਵਿੱਚ ਛਾ ਜਾਣ ਤੋਂ ਬਾਅਦ ਹੁਣ ਪੰਜਾਬੀਆਂ ਨੂੰ ਆਸਾਂ ਨੇ ਕਿ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਸੰਸਦ ਦੇ ਵਿੱਚ ਜ਼ਰੂਰ ਚਮਕਣਾ ਹੈ। ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਵਿੱਚ 4 ਪੰਜਾਬੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੈਦਾਨ ਵਿੱਚ ਨਿਤਰੇ ਨੇ, ਜਿਨ੍ਹਾਂ ਵਿੱਚੋਂ ਇੱਕ ਔਰਤ ਵੀ ਸ਼ਾਮਿਲ ਹੈ। ਆਸਟ੍ਰੇਲੀਆ ਦੀ 47ਵੀਂ ਪਾਰਲੀਮੈਂਟ ਦੇ ਲਈ 17 ਮਿਲੀਅਨ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਮੁਲਕ ਦੀਆਂ 151 ਪਾਰਲੀਮੈਂਟ ਸੀਟਾਂ ਉੱਤੇ ਵੱਖ-ਵੱਖ ਪਾਰਟੀਆਂ ਸਮੇਤ 1203 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਨੇ। ਇਹਨਾਂ ਚੋਣਾਂ ਦੇ ਨਾਲ 76 ਸੈਨੇਟ ਮੈਂਬਰਾਂ ਦੇ ਵਿੱਚੋਂ 38 ਸੈਨੇਟ ਮੈਂਬਰਾਂ ਦੀ ਚੋਣ ਲਈ ਸੂਬਾ ਪੱਧਰ ਦੇ ਉੱਤੇ ਸਿੱਧੀ VOTING ਹੋਏਗੀ, ਜਿਸ ਦੇ ਲਈ ਆਜ਼ਾਦ ਉਮੀਦਵਾਰਾਂ ਸਮੇਤ 421 ਉਮੀਦਵਾਰ ਆਪਸ ਦੇ ਵਿੱਚ ਭਿੜ ਰਹੇ ਨੇ। ਸੰਸਦ ਚੋਣ 3 ਸਾਲ ਦੇ ਲਈ ਅਤੇ ਸੈਨੇਟ ਮੈਂਬਰਾਂ ਦੀ ਚੋਣ ਇੱਥੇ 6 ਸਾਲ ਦੇ ਲਈ ਹੁੰਦੀ ਹੈ। ਆਸਟ੍ਰੇਲੀਆ ਸੰਸਦ ਦੀਆਂ ਚੋਣਾਂ ਵਿੱਚ ਮੁੱਖ ਮੁਕਾਬਲਾ ਐਤਕੀ ਸੱਤਾਧਾਰੀ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਵਿਚਾਲੇ ਹੈ। ਤੇ ਪੰਜਾਬੀਆਂ ਦੀ ਗੱਲ ਕਰ ਲਈਏ ਤਾਂ ਦੱਖਣੀ ਆਸਟ੍ਰੇਲੀਆ ਯਾਨੀ ਕਿ ਐਡਲੇਡ ਦੇ ਵਿੱਚ ਉੱਗੇ ਸਮਾਜ ਸੇਵੀ ਤਰਮਾਨ ਸਿੰਘ ਗਿੱਲ ਲੇਬਰ ਪਾਰਟੀ ਦੇ ਵੱਲੋਂ ਸੈਨੇਟ ਮੈਂਬਰ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿਤਰੇ ਨੇ। ਤਰਮਾਨ ਗਿੱਲ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧਿਤ ਨੇ ਤੇ 2006 ਦੇ ਵਿੱਚ ਪਰਿਵਾਰ ਸਮੇਤ ਐਡਲੇਡ ਜਾ ਕੇ ਵਸ ਗਏ ਸੀ। ਦੱਖਣੀ ਆਸਟ੍ਰੇਲੀਆ ਤੋਂ ਰਾਜੇਸ਼ ਠਾਕੁਰ ਤੇ ਉਹਨਾਂ ਦੀ ਪਤਨੀ ਹਰਮੀਤ ਠਾਕੁਰ ਸੈਨੇਟ ਮੈਂਬਰ ਦੇ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨੇ।
ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਨੇ। ਪਿਛਲੇ 10 ਸਾਲਾਂ ਤੋਂ ਐਡਲੇਡ ਦੇ ਵਿੱਚ ਵਿਸਾਖੀ ਮੇਲੇ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਨੇ, ਜਿਸ ਕਰਕੇ ਇੱਥੇ ਉਹਨਾਂ ਦੀ ਚੰਗੀ ਪੈਂਠ ਹੈ। ਇਸੇ ਤਰ੍ਹਾਂ ਹੁਕਮਰਾਨ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ ਜੁਗਨਦੀਪ ਸਿੰਘ ਨੂੰ ਸਿਡਨੀ ਦੇ ਪੱਛਮ ਵਿੱਚ ਚਿਫਲੇ ਸੰਸਦੀ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਦੋਵੇਂ ਮੁੱਖ ਪਾਰਟੀਆਂ ਦੀ ਗੱਲ ਕਰ ਲਈਏ ਤਾਂ ਲਿਬਰਲ ਪਾਰਟੀ ਦੇ ਵੱਲੋਂ ਸਕਾਟ ਮੌਰਿਸਨ ਤੇ ਲੇਬਰ ਪਾਰਟੀ ਦੇ ਵੱਲੋਂ ਐਂਥਨੀ ਐਲਬਾਨੀਜ਼ ਸੰਸਦ ਚੋਣਾਂ ਦੇ ਵਿੱਚ ਮੁੱਖ ਚਿਹਰੇ ਨੇ। ਆਸਟ੍ਰੇਲੀਆ ਦੀ ਚੋਣ ਪ੍ਰਣਾਲੀ ਦੀ ਗੱਲ ਕਰ ਲਈਏ ਤਾਂ ਇੱਥੇ ਚੋਣਾਂ ਦਾ ਬੰਦੋਬਸਤ ਇੱਕ ਸੁਤੰਤਰ ਸੰਸਥਾ ਦੇ ਵੱਲੋਂ ਕੀਤਾ ਜਾਂਦਾ ਹੈ। ਆਸਟ੍ਰੇਲੀਆ ਇਲੈਕਟੋਰਲ ਕਮਿਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਨਾਗਰਿਕਾਂ ਨੂੰ ਫੈਡਰਲ ਸਰਕਾਰ ਚੁਣਨ ਦਾ ਮੌਕਾ ਦਿੱਤਾ ਜਾਵੇ। ਚੋਣਾਂ ਦੇ ਦਿਨ ਕਮਿਸ਼ਨ ਦੇਸ਼ ਭਰ ਦੇ ਵਿੱਚ ਆਪਣੇ VOTING ਕੇਂਦਰਾਂ ਦੇ ਰਾਹੀਂ ਹਰੇਕ ਘੰਟੇ 1 ਮਿਲੀਅਨ ਵੋਟਾਂ ਨੂੰ ਭੁਗਤਾਉਣ ਦੀ ਉਮੀਦ ਕਰਦਾ ਹੈ। ਵੋਟਰ ਸੂਚੀ ਦੇ ਵਿੱਚ ਸ਼ਾਮਿਲ ਹਰੇਕ ਵੋਟਰ ਦੇ ਲਈ ਵੋਟ ਪਾਉਣੀ ਲਾਜ਼ਮੀ ਹੈ। ਕਮਿਸ਼ਨ ਦੇ ਵੱਲੋਂ ਸਕੂਲਾਂ ਤੇ ਚਰਚ ਹਾਲਸ ਦੇ ਵਿੱਚ ਪੋਲਿੰਗ ਬੂਥ ਬਣਾਏ ਜਾਂਦੇ ਨੇ। ਦੂਰ ਦੁਰਾਡੇ ਦੇ ਲੋਕਾਂ ਨੂੰ ਕਮਿਸ਼ਨ ਦੀਆਂ ਮੋਬਾਈਲ VOTING ਟੀਮਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਤਾਂ ਜੋ ਕੋਈ ਵੀ ਵੋਟਰ ਆਪਣੇ ਵੋਟ ਹੱਕ ਤੋਂ ਇਸਤੇਮਾਲ ਨਾ ਰਹਿ ਜਾਵੇ। ਤੇ ਜਿਹੜੇ ਵਿਕਸਿਤ ਮੁਲਕ ਹੁੰਦੇ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਆਸਟ੍ਰੇਲੀਆ ਦੇ ਨਿਯਮਾਂ ਦੀ ਜੇ ਗੱਲ ਕਰ ਲਈਏ ਤਾਂ ਇੱਥੇ ਜੇ ਕੋਈ ਵੀ ਆਪਣੀ ਵੋਟ ਕਾਸਟ ਨਹੀਂ ਕਰਦਾ ਤਾਂ ਉਹਨਾਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ। ਇਸ ਕਰਕੇ ਹਰੇਕ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੀ ਵੋਟ ਜ਼ਰੂਰ ਪਾ ਕੇ ਆਉਣ। ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦੱਖਣੀ ਆਸਟ੍ਰੇਲੀਆ ਤੋਂ ਚੋਣ ਮੈਦਾਨ ਦੇ ਵਿੱਚ ਲੇਬਰ ਪਾਰਟੀ ਦੇ ਵੱਲੋਂ ਨਿਤਰੇ ਤਰਮਾਨ ਗਿੱਲ ਦੇ ਸਮਰਥਕਾਂ ਦੀਆਂ ਤਸਵੀਰਾਂ ਨੇ। ਤਰਮਾਨ ਗਿੱਲ ਵੀ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ। ਪੰਜਾਬੀ ਭਾਈਚਾਰੇ ਦੇ ਲੋਕ ਉਹਨਾਂ ਨੂੰ ਸਮਰਥਨ ਦੇ ਰਹੇ ਨੇ ਅਤੇ ਐਡਲੇਡ ਦੇ ਵਿੱਚ ਵਸਦੇ ਹੋਰ ਜਿਹੜੇ ਲੋਕ ਨੇ ਉਹ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਕਿਤੇ ਨਾ ਕਿਤੇ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ। ਅਤੇ ਭਾਰਤ ਦੇ ਵਾਂਗੂ ਬਾਹਰਲੇ ਮੁਲਕਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਚੋਣਾਂ ਦਾ ਜਿਹੜਾ ਮਾਹੌਲ ਹੁੰਦਾ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਨੇਪਰੇ ਚੜ੍ਹਦਾ। ਇੱਥੇ ਇੱਕ ਦਿਨ ਦੇ ਵਿੱਚ VOTING ਨਹੀਂ ਹੁੰਦੀ ਕਿ ਲੋਕ ਸਭਾ ਚੋਣ ਹੈ ਜਿਵੇਂ ਆਪਣੇ ਆਮ ਚੋਣਾਂ ਹੁੰਦੀਆਂ ਨੇ ਕਿ ਇੱਕ ਦਿਨ ਦੇ ਵਿੱਚ ਹੀ ਸਾਰੀਆਂ ਵੋਟਾਂ ਪੈਣਗੀਆਂ। ਉੱਥੇ ਕਈ ਦਿਨਾਂ ਤੋਂ VOTING ਹੈ ਜਿਹੜੀ ਉਹ ਚੱਲ ਰਹੀ ਹੈ ਤੇ ਲੋਕ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਾ ਰਹੇ ਨੇ। ਲੋਕਾਂ ਨੂੰ ਵੋਟਾਂ ਪਾਉਣ ਦੇ ਲਈ ਅਪੀਲ ਕੀਤੀ ਜਾਂਦੀ ਹੈ। ਕੋਈ ਵੱਡੀਆਂ ਰੈਲੀਆਂ ਵੱਡੇ ਜਿਹੜੇ ਮੁਜ਼ਾਹਰੇ ਨੇ ਉਹ ਨਹੀਂ ਕੀਤੇ ਜਾਂਦੇ। ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉਮੀਦਵਾਰ ਆਪਣੇ ਸਮਰਥਕਾਂ ਦੇ ਨਾਲ ਘਰੋਂ ਘਰੀ ਜਾ ਕੇ ਵੋਟਾਂ ਜ਼ਰੂਰ ਮੰਗ ਸਕਦੇ ਨੇ ਪਰ ਜਿਹੜਾ ਹੂ ਹੱਲਾ ਹੁੰਦਾ ਇੱਥੇ ਵਾਂਗੂ ਉਹ ਉੱਥੇ ਨਹੀਂ ਹੋ ਸਕਦਾ। ਤੇ ਜਿਹੜੇ ਪੋਲਿੰਗ ਸਥਾਨ ਨੇ ਪੋਲਿੰਗ ਬੂਥ ਨੇ ਉੱਥੇ ਕਈ ਭਾਸ਼ਾਵਾਂ ਦੇ ਵਿੱਚ ਨਿਰਦੇਸ਼ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੇ ਬੋਰਡ ਵੀ ਲਾਏ ਗਏ ਨੇ। ਕਰੋਨਾ ਦੇ ਨਿਯਮਾਂ ਦਾ ਖਾਸ ਧਿਆਨ ਹੈ ਜਿਹੜਾ ਉਹ ਰੱਖਿਆ ਜਾ ਰਿਹਾ ਹੈ। ਕਰੋਨਾ ਕਾਰਨ ਜਿਹੜੇ ਹਾਲੇ ਵੀ ਮਰੀਜ਼ ਇਕਾਂਤਵਾਸ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਟੈਲੀਫੋਨ VOTING ਦੀ ਸਹੂਲਤ ਦਿੱਤੀ ਗਈ ਹੈ। ਘਰ ਤੋਂ ਦੂਰ ਰਹਿ ਰਹੇ ਵੋਟਰ ਪੋਸਟਲ ਵੋਟ ਦੀ ਵਰਤੋਂ ਕਰ ਸਕਦੇ ਨੇ ਜਾਂ ਕਿਸੇ ਅੰਤਰਰਾਜੀ VOTING ਕੇਂਦਰ ਤੇ ਜਾ ਕੇ ਵੀ ਉਹ ਆਪਣੀ ਵੋਟ ਕਾਸਟ ਕਰ ਸਕਦੇ ਨੇ। ਜਿਹੜੇ ਵਿਦੇਸ਼ ਯਾਤਰਾ ਤੇ ਗਏ ਹੋਏ ਨੇ ਉਹਨਾਂ ਨਾਗਰਿਕਾਂ ਨੂੰ ਵੋਟਾਂ ਆਸਟ੍ਰੇਲੀਅਨ ਹਾਈ ਕਮਿਸ਼ਨ ਰਾਹੀਂ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਵੋਟ ਪਾਉਣ ਦੇ ਵਿਲੱਖਣ ਤਰੀਕੇ ਉੱਥੋਂ ਦੀ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਆਮ ਲੋਕਾਂ ਦੇ ਵਿਸ਼ਵਾਸ ਦਾ ਪ੍ਰਤੀਕ ਨੇ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਪੰਜਾਬੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਖਾਲਸ ਟੀਵੀ ਦੀ ਸਾਰੀ ਟੀਮ ਦੇ ਵੱਲੋਂ ਸ਼ੁਭ ਕਾਮਨਾਵਾਂ ਕਹਿੰਦੇ ਹਾਂ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।